ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਹਰ ਮਹੀਨੇ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ। ਬਹੁਤ ਦੂਰੋਂ ਦੂਰੋਂ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਸਾਰੇ ਹਰ ਮਹੀਨੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਖੁਸ਼ੀਆਂ ਲੈਣ ਵਾਸਤੇ, ਅਸੀਸਾਂ ਲੈਣ ਵਾਸਤੇ, ਬਰਕਤਾਂ ਲੈਣ ਵਾਸਤੇ ਪਹੁੰਚਦੇ ਹੋ। ਔਰ ਸੱਚਾਈ ਹੈ, ਜਿਹੜੀ ਸ਼ਰਧਾ ਦੇ ਨਾਲ, ਜਿਹੜੀ ਭਾਵਨਾ ਦੇ ਨਾਲ ਆਉਂਦਾ ਹੈ, ਬਾਬਾ ਦੀਪ ਸਿੰਘ ਜੀ ਇਹੋ ਜਿਹੀਆਂ ਬਖਸ਼ਿਸ਼ਾਂ ਉਹਦੇ ਤੇ ਕਰ ਰਹੇ ਨੇ, ਇਹੋ ਜਿਹੀਆਂ ਰਹਿਮਤਾਂ ਉਹਦੇ ਤੇ ਕਰ ਰਹੇ ਨੇ ਪਿਆਰਿਓ, ਕਿ ਇੱਕ ਇੱਕ ਪ੍ਰੇਮੀ ਨੂੰ ਦਾਤਾਂ ਵੰਡਣ ਵਾਲਾ ਬਣਾ ਰਹੇ ਨੇ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਇੱਕ ਇੱਕ ਪ੍ਰੇਮੀ ਨੂੰ ਦਾਤਾਂ ਵੰਡਣ ਵਾਲਾ ਬਣਾ ਰਹੇ ਨੇ। ਵੱਡਾ ਦਾਰੇ, ਵੱਡਾ ਦਾਰ, ਔਰ ਵੱਡੀ ਭਾਵਨਾ, ਵੱਡੀ ਭਾਵਨਾ। ਔਰ ਜਿੱਡੀ ਵੱਡੀ ਭਾਵਨਾ ਬਣਾਓਗੇ, ਓਡੀਆਂ ਵੱਡੀਆਂ ਬਖਸ਼ਿਸ਼ਾਂ ਝੋਲੀ ਦੇ ਵਿੱਚ ਪੈਣਗੀਆਂ। ਮੈਂ ਜਿਵੇਂ ਪਹਿਲੇ ਕਿਹਾ, ਕੋਈ ਕਹਿ ਰਿਹਾ ਕਿ ਮੈਨੂੰ PR ਮਿਲ ਗਈ ਗੁਰੂ ਜੀ ਦੀ ਕਿਰਪਾ ਦੇ ਨਾਲ, ਕਿਸੇ ਦੇ ਘਰ ਦੇ ਵਿੱਚ ਬੂਟੇ ਲੱਗ ਰਹੇ ਨੇ। ਹੁਣੇ ਮੈਂ ਸਟੇਜ ਤੇ ਆਉਣ ਲੱਗਾ, ਇੱਥੇ ਮਾਤਾ ਜੀ ਖੜੇ ਸੀ, ਕਈਆਂ ਨੇ ਵੇਖਿਆ ਹੋਵੇਗਾ। ਭੈਣ ਜੀ ਇੱਕ ਕਹਿੰਦੇ ਪਰਿਵਾਰ ਜਾ ਰਿਹਾ ਸੀ ਸਾਡਾ UP, ਕਹਿੰਦੇ ਉਹਨਾਂ ਨੇ ਬਾਹਰ ਜਾਣਾ, ਮਿਲਣ ਵਾਸਤੇ ਜਾ ਰਹੇ ਪਰਿਵਾਰਕ ਮੈਂਬਰਾਂ ਨੂੰ। ਕਹਿੰਦੇ ਇਹ ਚੁਪਹਿਰਿਆਂ ਦੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾ ਕਹੀਏ ਕਿ ਕੀ ਕਹੀਏ, ਕਰਮਾਂ ਦੇ ਕਰਕੇ ਕਹਿੰਦੇ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ, ਐਕਸੀਡੈਂਟ। ਪਰ ਕਹਿੰਦੇ ਇਹ ਕਿਰਪਾ ਨਾ ਕਹੀਏ ਤੇ ਕੀ ਕਹੀਏ। ਕਹਿੰਦੇ 4 ਜੀ ਬੈਠੇ ਨੇ, ਗੱਡੀ ਦਾ ਰਿਆ ਕੁਝ ਨਹੀਂ, ਤੇ ਬਾਬਾ ਦੀਪ ਸਿੰਘ ਜੀ ਨੇ 4 ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ। ਸਤਿ ਸ੍ਰੀ ਅਕਾਲ। ਕਹਿੰਦੇ ਜਿਵੇਂ ਫੁੱਲ ਹੁੰਦਾ ਨਾ, ਫੁੱਲ, ਕਹਿੰਦੇ ਫੁੱਲ ਅਸੀਂ ਜਦੋਂ ਹੱਥ ਵਿੱਚ ਫੜਦੇ ਆ ਕਿੱਡੇ ਪਿਆਰ ਨਾਲ ਫੜਦੇ ਆ। ਉਹ ਭੈਣ ਜੀ ਮੈਨੂੰ ਦੱਸ ਰਹੇ ਸੀ, ਇੱਥੇ ਖਲੋਤੇ ਆ, 1 ਮਿੰਟ ਦੇ ਵਿੱਚ ਗੱਲ ਕਰ ਰਹੇ ਸੀ। ਕਹਿੰਦੇ ਜਿਵੇਂ ਫੁੱਲ ਹੁੰਦਾ ਨਾ, ਫੁੱਲਾਂ ਨੂੰ ਅਸੀਂ ਕਿੱਡੇ ਪਿਆਰ 'ਚ ਹੱਥਾਂ ਦੇ ਵਿੱਚ ਫੜ ਕੇ ਰੱਖਦੇ। ਕਹਿੰਦੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਇਦਾਂ ਹੀ ਸਾਨੂੰ ਮਹਿਸੂਸ ਹੋਇਆ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਫੁੱਲਾਂ ਵਾਂਗੂ ਰੱਖ ਲਿਆ ਜੀ। ਇਹ ਮੇਰੀ ਬੇਨਤੀ ਹੈ, ਪਤਾ ਨਹੀਂ ਕਿਹੜੇ ਕਿਹੜੇ ਵੱਡੇ ਕਸ਼ਟ ਬਾਬਾ ਕੱਟ ਰਿਹਾ ਹੈ, ਕਿਹੜੀਆਂ ਕਿਹੜੀਆਂ ਵੱਡੀਆਂ ਬਖਸ਼ਿਸ਼ਾਂ ਕਰ ਰਿਹਾ ਹੈ, ਅਸੀਂ ਸੋਚ ਵੀ ਨਹੀਂ ਸਕਦੇ। ਕਿਹੜੇ ਕਿਹੜੇ ਵੱਡੇ ਕਸ਼ਟ ਆਉਣੇ ਹੁੰਦੇ ਨੇ, ਕਈ ਕਈ ਸਾਲਾਂ ਦੇ, ਕਈ ਕਈ ਮਹੀਨਿਆਂ ਦੇ, ਬਾਬਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੱਟ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਬਖਸ਼ਿਸ਼ ਨਾ ਕਹੀਏ ਤੇ ਹੋਰ ਕੀ ਕਹੀਏ। ਅੱਜ ਮਾਹੌਲ ਸਾਰੇ ਪਾਸੇ ਸਹਿਮ ਵਾਲਾ ਮਾਹੌਲ ਸੀ, ਡਰ ਵਾਲਾ। ਕਈਆਂ ਦੇ ਫੋਨ ਆਏ ਜੀ ਕਿੱਦਾਂ ਕਰੀਏ। ਮੈਂ ਕਿਹਾ ਕੋਈ ਨਹੀਂ, ਚੌਪਈ ਸਾਹਿਬ ਦਾ ਪਾਠ ਕਰਦੇ ਤੁਰੇ ਆਓ, ਕੋਈ ਵਿਗੜ ਨਹੀਂ ਪੈਣਾ। ਤੇ ਬਾਬਾ ਦੀਪ ਸਿੰਘ ਜੀ ਨੇ ਅੱਗੇ ਜਿੰਨੀ ਸੰਗਤ ਆਉਂਦੀ, ਪਰਿਵਾਰ ਆਉਂਦਾ, ਉਤੋਂ ਅੱਜ ਪਰਿਵਾਰ ਵੱਧ ਕੇ ਹੀ ਆਇਆ, ਘਟਾਇਆ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਮੇਰੀ ਬੇਨਤੀ, ਇਹ 27 ਤਰੀਕ ਦਿਲਾਂ ਤੇ ਨੋਟ ਕਰ ਲਓ। ਇਹ 27 ਤਰੀਕ ਦਾ ਦਿਨ ਸਾਡਾ ਹੈ ਹੀ ਨਹੀਂ। ਇਹ 27 ਤਰੀਕ ਦਾ ਦਿਨ ਕਿਹਦਾ? ਧੰਨ ਧੰਨ ਬਾਬਾ ਦੀਪ ਸਿੰਘ ਜੀ। ਇਹ ਦਿਨ ਹੀ ਉਹਨਾਂ ਦਾ ਦਿਨ ਹੈ, ਇਹ ਬਾਬਾ ਦੀਪ ਸਿੰਘ ਜੀ ਦਾ ਦਿਨ ਹੈ, ਬਾਬਾ ਦੀਪ ਸਿੰਘ ਜੀ ਦਾ। ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲਈ ਇੱਕ ਦਿਨ ਕੱਢ ਲਓ। ਮੈਂ ਕਹਿੰਦਾ ਬਾਬਾ ਦੀਪ ਸਿੰਘ ਪੂਰਾ ਮਹੀਨਾ ਹਰ ਕਾਰਜ ਵਿੱਚ ਤੁਹਾਡੀ ਮਦਦ ਕਰਨਗੇ। ਤੁਸੀਂ ਇੱਕ ਦਿਨ ਕੱਢਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਦਿਨ ਆ ਕੇ ਚੁਪਹਿਰੇ ਵਿੱਚ ਹਾਜ਼ਰੀ ਭਰਦੇ ਹੋ ਤੇ ਇਕੱਲੇ ਨਾ ਆਇਆ ਕਰੋ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਜਿਹੜਾ ਕੋਈ ਕਿਰਾਇਆ ਨਹੀਂ ਨਾ ਖਰਚ ਸਕਦਾ, ਕੋਲੋਂ ਕਿਰਾਇਆ ਲਾ ਕੇ ਗੱਡੀ ਬੁੱਕ ਕਰ ਲਿਆ ਕਰੋ। ਟਰੱਕ ਕਰ ਲਓ, ਬੱਸਾਂ ਕਰ ਲਓ, ਟਰਾਲੀਆਂ ਕਰ ਲਓ, ਟੈਂਪੂ ਕਰ ਲਓ, ਕੁਝ ਵੀ ਕਰ ਲਓ। ਆਪ ਵੀ ਆਓ ਤੇ ਦਸਾਂ ਨੂੰ ਲਿਆਓ, ਕਿਉਂਕਿ ਇਹ ਪ੍ਰੋਗਰਾਮ ਦਾ ਅਸੀਂ ਇੱਕ ਵੀ ਬੋਰਡ ਨਹੀਂ ਲਾਉਂਦੇ। ਇੱਕ ਵੀ ਬੋਰਡ ਤੁਸੀਂ ਰੋਡ ਤੇ ਨਹੀਂ ਵੇਖਿਆ ਹੋਏਗਾ, ਕਿਤੇ ਮੈਂ ਸ਼ਹਿਰ 'ਚ ਨਹੀਂ ਲਾਉਂਦਾ, ਕਿਤੇ ਨਹੀਂ ਲਾਈਦਾ। ਸਾਡਾ ਪ੍ਰਚਾਰ ਤੇ ਆਹੀ ਹੈ ਕਿ ਬਾਬਾ ਦੀਪ ਸਿੰਘ ਪ੍ਰਤੱਖ ਬਹਿ ਕੇ ਝੋਲੀਆਂ ਭਰ ਰਹੇ ਨੇ, ਤੇ ਜਿਨ੍ਹਾਂ ਦੀਆਂ ਭਰੀਆਂ ਜਾ ਰਹੀਆਂ ਨੇ ਨਾ ਝੋਲੀਆਂ,
ਉਹ ਦਸਾਂ ਦਸਾਂ ਨੂੰ ਹੋਰ ਪ੍ਰੇਰਨਾ ਕਰਕੇ ਲਿਆਉਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਓ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਜੁੜੀਏ। ਜੁੜਨ ਦਾ ਵੇਲਾ। ਬੜੇ ਪਿਆਰੇ ਪਿਆਰੇ ਗੁਰੂ ਦੇ ਕੀਰਤਨੀਆਂ ਨੇ ਹਾਜ਼ਰੀਆਂ ਭਰੀਆਂ। 4-5 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਤੇ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਨੂੰ ਕਹਿਣਾ ਹੈ, ਮੈਂ ਤੇਰਾ ਤੇ ਤੂੰ ਮੇਰਾ। ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਧੰਨਵਾਦ।
ਸਿੰਘ ਜੀ ਮੈਂ ਤੇਰਾ, मैं तेरा, मैं तेरा, मैं तेरा, तू मेरा। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। जी मैं तेरा, मैं तेरा, मैं तेरा, तू मेरा। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਵਾਹਿਗੁਰੂ 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 जिथे जिथे बैठे गुरु वाहिगुरु 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਿਰ ਝੁਕਾ ਕੇ ਹੱਥ ਜੋੜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਅਸੀਂ ਰੋਜ਼ ਬੇਨਤੀਆਂ ਕਰਦੇ ਆਂ ਉਹ ਕਰਕੇ ਸ਼ਬਦ ਪੜ੍ਹਾਂਗੇ। ਇਹ ਸੱਚਾਈ ਹੈ ਜਿਹੜੀ ਮੈਂ ਬੋਲਣ ਲੱਗਾ। ਕਿਸੇ ਗੁਰਮੁਖ ਪਿਆਰੇ ਨੇ ਇਹ ਬੜੇ ਪਿਆਰ ਵਾਲੇ ਬੋਲ ਮੈਨੂੰ ਭੇਜੇ। ਕਹਿੰਦੇ ਮਿਹਨਤ ਇੰਨੀ ਕਰੋ, ਕਿਸੇ ਵੀ ਫੀਲਡ ਦੇ ਵਿੱਚ ਹੋ ਤੁਸੀਂ, ਮਿਹਨਤ ਇੰਨੀ ਕਰੋ ਕਿ ਕਿਸਮਤ ਵੀ ਬੋਲ ਉੱਠੇ, ਲੈ ਬੇਟਾ ਇਹ ਤੇਰਾ ਹੱਕ ਬਣਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮਿਹਨਤ ਇੰਨੀ ਕਰੋ ਕਿ ਕਿਸਮਤ ਵੀ ਬੋਲ ਉੱਠੇ ਕਿ ਲੈ ਬੇਟਾ ਇਹ ਤੇਰਾ ਹੱਕ ਬਣਦਾ ਹੈ। ਹੱਕ, ਮਿਹਨਤ ਕਰੋ ਆਪਣੀ ਫੀਲਡ ਵਿੱਚ, ਜਿਹੜੀ ਵੀ ਤੁਹਾਡੀ ਫੀਲਡ ਹੈ। ਕੀਰਤਨ ਕਰਦੇ ਹੋ, ਭਾਵੇਂ ਤੁਸੀਂ ਬਿਜ਼ਨਸਮੈਨ ਹੋ, ਖੇਤੀ ਕਰਦੇ ਹੋ, ਨੌਕਰੀ ਕਰਦੇ ਹੋ, ਤਬਲਾ ਵਜਾਉਂਦੇ, ਕੁਝ ਵੀ ਹੈ, ਕੁਝ ਵੀ ਆਪਣੀ ਫੀਲਡ ਦੇ ਵਿੱਚ ਡਟ ਡਟ ਕੇ ਮਿਹਨਤ ਕਰੋ, ਆਲਸੀ ਨਾ ਬਣੋ। ਜਦੋਂ ਡਟ ਡਟ ਕੇ ਮਿਹਨਤ ਕਰੋਗੇ ਨਾ, ਫਿਰ ਕਿਸਮਤ ਵੀ ਤੁਹਾਡੀ ਮਿਹਨਤ ਦੇ ਅੱਗੇ ਝੁਕ ਜਾਏਗੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਸਮਤ ਵੀ ਝੁਕੇਗੀ। ਕਈ ਮੈਂ ਇੱਥੇ ਤੁਹਾਨੂੰ ਇਹੋ ਜਿਹੇ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਨਾਲ। ਜਦੋਂ ਮੈਂ ਸੰਗਤ ਨੂੰ ਮਿਲਣਾ ਹੈ ਨਾ, ਇੱਧਰ ਹਸਪਤਾਲ ਬਣੇ ਆ, ਸਭ ਨੂੰ ਪਤਾ ਹੈ, ਸਮਾਪਤੀ ਤੋਂ ਬਾਅਦ ਜਿਹੜੇ ਮਿਲਣ ਵਾਲੇ ਪ੍ਰੇਮੀਆਂ ਨੇ ਉੱਥੇ ਮੈਨੂੰ ਮਿਲਣਾ ਹੈ। ਉੱਥੇ ਕਈ ਇਹੋ ਜਿਹੇ ਮੈਨੂੰ ਮਿਲਦੇ ਨੇ ਆ ਕੇ, ਵੀਰ ਜੀ ਸਾਨੂੰ ਤੇ ਭਰੋਸਾ ਹੀ ਨਹੀਂ ਸੀ ਰਿਹਾ ਕਰਮਾਂ ਦੇ ਉੱਤੇ, ਵਿਸ਼ਵਾਸ ਹੀ ਨਹੀਂ ਸੀ ਰਿਹਾ, ਲੱਗਦਾ ਸੀ ਉੱਜੜ ਹੀ ਗਏ, ਲੱਗਦਾ ਸੀ ਕੁਝ ਬਣਨਾ ਹੀ ਨਹੀਂ। ਪਰ ਜਦੋਂ ਦਾ ਇਹ ਚੁਪਹਿਰਿਆਂ ਵਿੱਚ ਆਉਣਾ ਸ਼ੁਰੂ ਕੀਤਾ, 20 ਤਰੀਕ ਨੂੰ ਮਾਂ ਕੌਲਾਂ ਜੀ ਦੇ ਅਸਥਾਨ ਤੇ ਆਉਣਾ ਸ਼ੁਰੂ ਕੀਤਾ, ਰਹਿਣ ਸਬਾਈਆਂ ਕੱਟਣੀਆਂ ਸ਼ੁਰੂ ਕੀਤੀਆਂ, ਇਹੋ ਜੀਆਂ ਬਖਸ਼ਿਸ਼ਾਂ ਵਰਤ ਗਈਆਂ। ਕਹਿੰਦੇ ਜਿਹੜੇ ਇੰਪੋਸੀਬਲ ਕੰਮ ਸੀ ਨਾ, ਜਿਹੜੇ ਅਸੀਂ ਸੋਚਦੇ ਸਾਂ ਅਸੰਭਵ ਕੰਮ ਨੇ, ਨਹੀਂ ਹੋ ਸਕਦੇ, ਕਹਿੰਦੇ ਬਾਬਾ ਦੀਪ ਸਿੰਘ ਨੇ ਉਹ ਵੀ ਸੰਭਵ ਬਣਾ ਦਿੱਤੇ ਨੇ।
ਸਤਿ ਸ੍ਰੀ ਅਕਾਲ। ਇਹ ਸੱਚਾਈ ਇੱਕ ਇੱਕ ਗੱਲ ਮੈਂ ਖਰੀ ਕਹਿੰਦੇ ਆ। ਸਾਰੇ ਪਰਿਵਾਰਕ ਮੈਂਬਰ ਜਿੰਨੇ ਤੁਸੀਂ ਬੈਠੇ ਹੋ ਨਾ, ਸਾਰਿਆਂ ਨੂੰ ਮੇਰਾ ਸੁਭਾਅ ਪਤਾ ਹੈ। ਜੋ ਮੇਰੇ ਦਿਲ 'ਚ ਆਵੇ ਮੈਂ ਬੋਲ ਦੇਣਾ, ਔਰ ਜੋ ਸੱਚਾਈ ਵਾਲੀ ਗੱਲ ਹੁੰਦੀ ਹੈ ਨਾ, ਸੱਚੀ ਗੱਲ, ਮੈਨੂੰ ਜਿੱਥੋਂ ਪਤਾ ਲੱਗੇ ਉਹ ਵੀ ਮੈਂ ਤੁਹਾਡੇ ਤੱਕ ਪਹੁੰਚਾ ਦੇਣਾ। ਸੱਚਾਈ ਗੱਲ, ਦੂਜੀਆਂ ਗੱਲਾਂ ਨਹੀਂ, ਬਨੌਟੀ ਗੱਲਾਂ ਨਹੀਂ। ਮਿਹਨਤ ਇੰਨੀ ਡਟ ਕੇ ਕਰੋ ਕਿ ਕਿਸਮਤ ਵੀ ਝੁਕ ਜਾਵੇ ਤੇ ਕਵੇ ਲੈ ਪੁੱਤਰਾ ਇਹ ਤੇ ਤੇਰਾ ਹੱਕ ਬਣਦਾ ਸੀ। ਆਲਸੀ ਨਾ ਬਣੋ ਪਿਆਰਿਓ। ਜਦੋਂ ਆਪਣੀ ਫੀਲਡ ਵਿੱਚ ਡਟ ਕੇ ਮਿਹਨਤ ਕਰੋਗੇ, ਕਿਰਪਾ ਵਰਤੇਗੀ ਹੀ ਵਰਤੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਜਦੋਂ ਸੰਘਰਸ਼ ਕਰਦਾ ਹੈ ਨਾ ਇਨਸਾਨ, ਮਿਹਨਤ ਕਰਦਾ ਹੈ, ਸਟਰਗਲ ਕਰਦਾ ਹੈ, ਸੰਘਰਸ਼ ਦੇ ਵਿੱਚ ਇਨਸਾਨ ਇਕੱਲਾ ਹੁੰਦਾ ਹੈ। ਸੰਘਰਸ਼ ਦੇ ਵੇਲੇ ਕੋਈ ਸਾਥ ਨਹੀਂ ਹੁੰਦਾ। ਤੁਸੀਂ ਕਹੋ ਮੈਂ ਮਿਹਨਤ ਕਰ ਰਿਹਾ, ਕੋਈ ਮੇਰਾ ਆ ਕੇ ਸਾਥੀ ਬਣ ਜੇ, ਕੋਈ ਨਹੀਂ ਬਣੇਗਾ। ਇਹ ਦੁਨੀਆ ਦਾ ਦਸਤੂਰ ਹੈ। ਇੱਕ ਅੱਧਾ ਹੀ ਹੋਏਗਾ ਜਿਹੜਾ ਕੋਈ ਸਾਥ ਨਿਭਾਉਣ ਵਾਲਾ, ਜੇ ਨਹੀਂ ਤਾਂ ਕੋਈ ਨਹੀਂ ਨਿਭਾਉਂਦਾ। ਸੰਘਰਸ਼ ਦੇ ਸਮੇਂ ਆਦਮੀ ਇਕੱਲਾ ਹੁੰਦਾ ਹੈ, ਇਨਸਾਨ ਇਕੱਲਾ ਹੁੰਦਾ ਹੈ। ਸਫਲਤਾ ਦੇ ਸਮੇਂ ਦੁਨੀਆ ਨਾਲ ਜੁੜਦੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੰਘਰਸ਼ ਦੇ ਵਿੱਚ ਇਨਸਾਨ ਇਕੱਲਾ ਹੁੰਦਾ ਹੈ, ਸਫਲਤਾ ਦੇ ਵਿੱਚ ਦੁਨੀਆ ਨਾਲ ਜੁੜਦੀ ਹੈ, ਨਾਲ ਮਿਲਦੀ ਹੈ, ਨਾਲ ਇਕੱਠੀ ਹੁੰਦੀ ਹੈ। ਇੱਕ ਗੱਲ ਕਹਾਂ, ਸੱਚਾਈ ਹੈ, ਸੱਚਾਈ, ਸੱਚਾਈ। ਜਿਹਦੇ ਉੱਤੇ ਵੀ ਇਹ ਜੱਗ ਸੰਘਰਸ਼ ਦੇ ਸਮੇਂ ਹੱਸਿਆ ਹੈ ਨਾ, ਹੱਸਿਆ ਕਿ ਬਈ ਇਹ ਤੇ ਕੱਖ ਨਹੀਂ ਕਰ ਸਕਦਾ, ਐਵੇਂ ਗੱਲਾਂ ਹੀ ਬਾਤਾਂ ਕਰੀ ਜਾਂਦਾ ਹੈ, ਇਹ ਕਿਸੇ ਜੋਗਾ ਨਹੀਂ। ਇਹ ਖਰੀ ਗੱਲ ਏ, ਜਿਸ ਦੇ ਉੱਤੇ ਵੀ ਇਹ ਜੱਗ ਹੱਸਿਆ, ਇੱਕ ਦਿਨ ਆਇਆ ਉਹਨੇ ਹੀ ਇਤਿਹਾਸ ਰਚਿਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹਦੇ ਉੱਤੇ ਵੀ ਦੁਨੀਆ ਹੱਸੀ ਹੈ ਨਾ, ਜੱਗ ਹੱਸਿਆ, ਉਹਨਾਂ ਨੇ ਹੀ ਇਤਿਹਾਸ ਰਚੇ ਨੇ। ਇਤਿਹਾਸ ਕਹਿੰਦੇ ਜੀ ਇਹ ਤੇ ਨਕੰਮੇ ਨੇ, ਕਿਸੇ ਜੋਗੇ ਨਹੀਂ, ਇਹਨਾਂ ਨੂੰ ਵੱਖਰਾ ਕਰਦੇ ਹੋ, ਢੰਗ ਅਪਣਾਉਂਦੇ ਨੇ। ਕਿਹੜਾ ਢੰਗ ਅਪਣਾਈਏ, ਇਹ ਸਾਡੇ ਨਾਲ ਅਟੈਚ ਰਵੇ ਹੀ ਨਾ। ਜੁਗਤੀਆਂ ਅਪਣਾਉਂਦੇ ਨੇ, ਢੰਗ ਤਰੀਕੇ ਲੱਭਦੇ ਨੇ। ਕਦੀ 2 ਬੰਦਿਆਂ ਨੂੰ ਸੁਣਿਆ ਭੇਜਣਗੇ, ਕਦੀ 5 ਦੇ ਖਤ ਸੁਣਿਆ ਭੇਜਣਗੇ, ਬਈ ਤੇਰਾ ਸਾਡਾ ਨਾਤਾ ਨਹੀਂ। ਕਦੀ ਕਾਗਜ਼ਾਂ ਤੇ ਲਿਖ ਕੇ ਭੇਜ ਦੇਣਗੇ, ਤੇਰਾ ਸਾਡਾ ਨਾਤਾ ਨਹੀਂ। ਹਾਂਜੀ, ਕਿਉਂ ਨਾਤਾ ਨਹੀਂ? ਕਿਉਂਕਿ ਤੂੰ ਕਿਸੇ ਜੋਗਾ ਨਹੀਂ, ਤੂੰ ਕਿਸੇ ਜੋਗਾ ਨਹੀਂ, ਕਿਸੇ ਜੋਗਾ ਨਹੀਂ, ਤੇ ਅਸੀਂ ਤੇਰੇ ਨਾਲ ਨਾਤਾ ਨਹੀਂ ਰੱਖਣਾ। ਤੇ ਬਸ ਉਹੋ ਹੀ ਬੰਦਾ ਉਹਦੇ ਜੋਗਾ ਬਣ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੇ ਜੋਗਾ ਬਣ ਜਾਵੇ, ਬਸ ਉਹਦੇ ਜੋਗਾ, ਉਹਦੇ ਜੋਗਾ। ਫਿਰ ਤੇ ਵਿਰੋਧੀ ਵੀ ਆ ਕੇ ਪੈਰੀ ਪੈ ਜਾਣਗੇ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਫਿਰ ਤੇ ਉਹੋ ਹੀ ਬੰਦੇ ਜਿਨ੍ਹਾਂ ਬਾਰੇ ਗੱਲਾਂ ਹੁੰਦੀਆਂ ਕੱਖ ਨਹੀਂ ਕਰ ਸਕਦੇ, ਇਹੋ ਜਿਹੇ ਇਤਿਹਾਸ ਰਚ ਦਿੰਦੇ ਨੇ ਕਿ ਦੂਜੇ ਵੀ ਉਹਨਾਂ ਦੀਆਂ ਰੀਸਾਂ ਕਰਨ ਲੱਗ ਪੈਂਦੇ। ਕਿਹੜਾ ਢੰਗ ਅਪਣਾਈਏ, ਇੱਧਰ ਵੀ ਕਿਰਪਾ ਵਰਤੇ। ਜੀ ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਨ੍ਹਾਂ ਦੇ ਉੱਤੇ ਇਹ ਜੱਗ ਹੱਸਿਆ, ਇਤਿਹਾਸ ਵੀ ਉਹਨਾਂ ਨੇ ਹੀ ਰਚਿਆ। ਅਗਲੀ ਗੱਲ ਸੁਣ ਲਓ, ਮਿਹਨਤ ਕਰਨ ਤੋਂ ਕਦੀ ਵੀ ਘਬਰਾਓ ਨਾ, ਘਬਰਾਓ ਨਾ। ਹਾਂਜੀ, ਕਦੀ ਵੀ ਘਬਰਾਓ ਨਾ। ਮਿਹਨਤ ਡਟ ਕੇ ਕਰੋ, ਸਫਲਤਾ ਮਿਲੇਗੀ ਮਿਲੇਗੀ। ਤੇ ਨਾਲ ਇੱਕ ਗੱਲ ਜ਼ਰੂਰ ਯਾਦ ਰੱਖਿਓ, ਭੁੱਲਿਓ ਨਾ, ਮਿਹਨਤ ਦੇ ਨਾਲ ਪ੍ਰੈਕਟੀਕਲ ਜੀਵਨ, ਅੰਮ੍ਰਿਤ ਵੇਲਾ, ਬਾਣੀ, ਨਿਤਨੇਮ, ਅੱਜ ਚੁਪਹਿਰੇ, ਕਦੀ ਰਹਿਣ ਸਬਾਈਆਂ, ਇਹ ਅਸੀਂ ਕਿਉਂ ਰੱਖਦੇ ਹਾਂ ਦੱਸੋ? ਮੈਂ ਵੀ ਹੁਣ, ਅਸੀਂ ਲਾਈਵ ਜਦੋਂ ਕਰਦੇ ਸਾਂ ਕਰੋਨਾ ਕਾਲ ਦੇ ਵਿੱਚ ਕੀਰਤਨ, ਮਹਾਰਾਜ ਜੀ ਦੀ ਮਿਹਰ ਦੇ ਨਾਲ 3 ਤੋਂ 4 ਪੀਟੀ ਸੀ ਸਿਮਰਨ ਤੇ। ਹੁਣ ਦੁਪਹਿਰੀ ਵੀ ਚੱਲਦਾ, 3 ਤੋਂ 4 ਰਾਤੀ ਵੀ ਚੱਲਦਾ, 10 ਤੋਂ 11। ਜਦੋਂ ਮੈਂ 3 ਤੋਂ 4 ਕਰਨਾ ਸ਼ੁਰੂ ਕੀਤਾ ਪ੍ਰੋਗਰਾਮ, ਅਸੀਂ ਸਟੂਡੀਓ ਦੇ ਵਿੱਚ 4-5 ਜਾਣੇ ਇਕੱਲੇ ਹੀ ਬਹਿਨੇ ਸਾਂ। ਕੋਈ ਉੱਥੇ ਸੁਣਨ ਵਾਲਾ ਤਾਂ ਹੁੰਦਾ ਹੀ ਨਹੀਂ ਸੀ, ਕਿਉਂਕਿ ਕਰੋਨਾ ਸੀ। ਸਾਰੇ ਪਾਸੇ ਕੋਈ ਸੰਗਤ ਦਾ ਇਕੱਠ ਨਹੀਂ ਸੀ ਹੋ ਸਕਦਾ, ਕੁਝ ਨਹੀਂ ਸੀ ਹੋ ਸਕਦਾ।
ਹੁਣ ਵੀ मैं ਚਾਹਾਂ स्टूडियो ਬਣਿਆ ਇੱਥੇ गुरु जी की कृपा नाल 3 ਤੋਂ 4 मैं रोज लाइव करी जावां, मैनू इकट्ठा च जाण दी लोड़ ही नहीं, मैनू तुहानू बुलाउण दी लोड़ ही नहीं है जी। मेरा सुनिया ते तुहाडे तक पहुंच ही रहा सी। ये क्यों रचे जांदे ने प्रोग्राम? इस करके रचे जांदे ने वो जेड़ी किरपा कीर्तन करन वालियां ते वरत रही है ना, जदों संगतां प्यार विच सुनन आउणगीਆਂ, बाबा दीप सिंह बख्शिशां दा खाता उन्हां ते भी खोली जावेगा। ते दूजा कारण हुंदा कदी चुपहरे रखण दा, रहण सबाइयां रखण दा, 20 वाले प्रोग्राम रखण दा, कि किसे ना किसे ढंग नाल मन नूं आहर लगा रवे। नहीं ते सच्चाई है ये काबू च नहीं आउंदा, गलत पासे ऐ भजदा ऐ इदां। तां करके बार बार प्रोग्राम रखे जांदे, तुहानूं सुने दिते जांदे, आओ जी गुरु दे दर्शन कर लो, भाग बना लो, अपने पुठे कर्म सिद्धे करवा लो, मंदे भाग जेड़े ने चंगे बना लो। ये तां करके सुनेहे दिते जांदे ने कि आहर लगा रवे। हुण आहर कई बारी बंदे नूं खिच के ले आउंदा, आहर मैं जाना ही जाना है। मैं पिछले चुपहरे ते अरदास कीती, मेरी पूरी हो गई, हुण मैं शुकराना करन जाना है। आखो धन गुरु रामदास जी, धन गुरु रामदास। वो आहर खिच के ले आया ना। हुण तुसीं कदी नोट करो, दरबार साहब कई गुरमुखां दी रूटीन है अमृत वेले फुल्लां दे सेरे पहुंचाउण दी, कईयां दी रूटीन दुपहर वेले सेरे पहुंचाउण दी, मींह होवे नेरी होवे, वो आहर ने उन्हां नूं खिच के ले ही जाना है। जे मैं ना गया तो गुरु रामदास की कहणगे, अज आया ही नहीं। आहर लै गया ना, आहर लै गया। कईयां दी रूटीन हुंदी है, मैं गुरु घर विच जाके अमृत 3 पैरे वेखो सेवा करदे ने, 3 पैरे दी सेवा हरमंदर साहिब, किड्डियां रंगीਆਂ रूहां, किड्डे प्यारे गुरसिख, किड्डे रंग रतड़े ने। मैं कहना उन्हां दे पैर धो के भी पी लो, भी थोड़ी गल है, छोटी गल है। 3 पैरे जेड़े सिंह जाके सेवा करदे, अंदर इशनान दी सेवा हुंदी हरमंदर साहिब, जिथे गुरु रामदास चौंकड़ा मार के बहिंदे आ गुरु ग्रंथ साहिब दे रूप दे विच। आखो धन गुरु रामदास जी, धन गुरु रामदास जी, धन गुरु रामदास जी, धन गुरु रामदास। प्यार नाल आखो ना जी, धन बाबा दीप सिंह जी। जिथे गुरु रामदास चौंकड़ा मार के बहिंदे आ, उथों दी ओ सेवा करदे। जे किसे दिन मन मान लो आलस भी उन्हां दा करन लगदा ना, मैनूं कई वीर मिलदे ने, कहंदे वीर जी कई वारी मन आलस भी करन लग पैंदा ना, तां भी असीं छुट्टी नहीं करदे। क्यों? गुरु रामदास की कहणगे, अज आया नहीं है जी। आहर खिच के लै गया ना। मैनूं ये दस रहे सी कि 2-3 ਉਹ शरीर आए भी होए ने गुरु रामदास जी के दर ਤੋਂ, ਜਿਹੜੇ 3 ਪਹਿਰੇ ਦੀ ਸੇਵਾ ਨਿਭਾਉਂਦੇ। ਜਿੱਥੇ ਵੀ ਬੈਠੇ ਨੇ, ਮੈਂ ਦਰਸ਼ਨ ਨਹੀਂ ਕੀਤੇ, ਉਹਨਾਂ ਦੇ ਚਰਨਾਂ ਤੇ ਮੈਂ ਦੂਰੋਂ ਹੀ ਇਦਾਂ ਮੱਥਾ ਟੇਕ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ, ਗੱਜ ਕੇ ਕਹੋ ਧੰਨ ਬਾਬਾ ਦੀਪ ਸਿੰਘ ਜੀ। ਆਹਾ, ਮਿਹਨਤ ਵੀ ਕਰਨੀ फील्ड दे विच, मेहनत भी। कोई बच्चा पढ़दा अपनी फील्ड दे विच डट के मेहनत करे, कोई नौकरी करदा अपनी फील्ड विच डट के मेहनत करे, कोई कीर्तन करदा अपनी फील्ड विच डट के मेहनत करे। पर मेहनत दे नाल नाल संघर्ष दे नाल नाल अमृत वेला नहीं छड्डना, बाणी नहीं छड्डनी, आ चुपहरे नहीं छड्डने, रहण सबाइयां नहीं छड्डनियां, अपने जिहड़े नित नेम ने वो नहीं छड्डने। फिर गुरु रामदास होर मुट्ठां खोली जांदे ने। आखो धन गुरु रामदास जी, धन गुरु रामदास जी। अगली गल सुन लो, ये भी सच्चाई है। आम तौर ते असी जदों एक दूजे नूं मिलदे आ, वीर मिलदे ने, एक गुरमुख मिलदे, हत्थ मिलाउंदे आ, लड़कियां भी एक दूजे नूं हत्थ मिलाउंदियां ने, ऑफिस दे विच जांदे आ, एक दूजे नूं हत्थ मिलाए जांदे ने। कदी नोट करना, दुनिया दी ये फितरत है, ਜ਼ਿਆਦਾਤਰ ਲੋਕ ਅਸਲੀਅਤ ਦੇ ਵਿੱਚ ਤੁਹਾਡੀ ਹੈਸੀਅਤ ਦੇ ਨਾਲ ਹੱਥ ਮਿਲਾਉਂਦੇ ਨੇ, ਹੈਸੀਅਤ ਨਾਲ, ਤੁਹਾਡੇ ਅਹੁਦੇ ਨਾਲ ਹੱਥ ਮਿਲਾਉਂਦੇ ਨੇ, ਤੁਹਾਡੀ ਹੈਸੀਅਤ ਨਾਲ ਹੱਥ ਮਿਲਾਉਂਦੇ ਨੇ, ਤੁਹਾਡੇ ਕੱਪੜਿਆਂ ਨੂੰ ਹੀ ਗਲੇ ਨਾਲ ਲਾਉਂਦੇ ਨੇ। ਮੰਗਤਿਆਂ ਨੂੰ ਕੋਈ ਗਲੇ ਨਾਲ ਨਹੀਂ ਲਾਉਂਦਾ, ਹਾਂਜੀ ਸੱਚਾਈ ਹੈ। ਕੋਈ ਗਰੀਬ ਅੱਤ ਦਾ ਮੰਗਣ ਵਾਲਾ ਕੋਈ ਉਹਦੇ ਨਾਲ ਹੱਥ ਥੋੜੀ ਮਿਲਾਏਗਾ। ਹੱਥ ਵੀ ਮਿਲਾਏ ਜਾਂਦੇ ਨੇ हैसियत वालियां नाल, हैसियत नूं हत्थ मिलाउंदे ने लोग। लोग प्यारिओ गल भी लाउंदे ने असलीयत दे विच, कपड़ियां नूं गल लाउंदे ने स्टेटस वेख के, है जी। ते ये भी
ध्यान नाल सुनियो गल, जदों कोई तुहानू कहंदा ना साडे घर भोजन ते आओ, दावत ते आओ, तुहानू नहीं बुलाउंदा, तुहाडीआं गड्डियां नू बुलाउंदा है जी। गरीबां दा कौन मित्र बनदा है जी? सच्चाई कह रहे हैं, गरीबां दा कौन मित्र बनदा है? जिहदे कोल धन चलिया गया ना, अपने भी मूँह मोड़ लैंदे ने, चार बंदे भी उहदे नाल बहण नूं तैयार नहीं हुंदे, ते जिहदे कोल धन आ जांदा है ना, चारे पासियों किधरों ना किधरों घुम फिरा के तुहाडे नाल रिश्तेदारी कढ ही लैणगे है जी। सानू ते पता ही सी इहने बाहर जाना है जी, वो पहले सुते पे सी तुसीं, सानू ते पता ही सी इहने तरक्की करनी है। जदों साडे घर खाण नूं कुछ नहीं सी हुंदा, उदों कित्थे सी तुसीं? आखो धन गुरु रामदास जी, धन गुरु रामदास जी। ते इह गल दी टेंशन टुंशन रखण दी लोड़ नहीं, ये दुनिया दा सुभाव है, दुनिया दी फितरत है। एक चीज बस याद रखो, जे सलाम हो रही है मेरी हैसियत नूं हो रही है। जिवें मैं अगे भी एक बारी सुनाई सी ना गल, संत सुजान सिंह जी दी टेप चों, उन्हां दे कीर्तन चों मैनूं बचन मिले आ। एक बड़ा ही गरीब बंदा, बड़ा ही गरीब, ਉਹਦੀ ਲਾਟਰੀ ਲੱਗ ਗਈ। ਲਾਟਰੀ ਪਾਉਣੀ ਨਹੀਂ, ਕਿਤੇ ਐਵੇਂ ਗਲਤ ਪਾਸੇ ਨਾ ਤੁਰ ਪਿਓ ਕਿਤੇ। ਇੱਕ ਐਗਜ਼ਾਮਪਲ ਦੇਣੇ ਆ, ਉਹਨਾਂ ਨੇ ਇਹ ਆਪਣੇ ਕੀਰਤਨ ਵਿੱਚ ਬਚਨ ਸੁਣਾਇਆ। ਸੰਤ ਸੁਜਾਨ ਸਿੰਘ ਜੀ ਨੇ ਕਹਿੰਦੇ ਇੱਕ ਗਰੀਬ ਬੰਦੇ ਦੀ ਲਾਟਰੀ ਲੱਗ ਗਈ, ਸਮਝਾਉਣ ਲਈ ਦ੍ਰਿਸ਼ਟਾਂਤ ਦਿੱਤਾ। ਉਹਦੇ ਕੋਲ ਆ ਗਏ ਲੱਖਾਂ ਰੁਪਈਏ। ਉਸੇ ਬੰਦੇ ਨੂੰ ਪਹਿਲੇ ਕੋਈ ਬੁਲਾਉਂਦਾ ਨਹੀਂ ਸੀ, ਕੋਈ ਬੁਲਾ ਕੇ ਰਾਜੀ ਨਹੀਂ। ਜਦੋਂ ਲੰਘਦਾ ਸੀ ਨਾ, ਲੋਕੀ ਮੂੰਹ ਮੋੜ ਲੈਂਦੇ ਸੀ। ਹੁਣ ਜਿੱਧਰੋਂ ਦੀ ਲੰਘਦਾ ਲੋਕ ਕਹਿੰਦੇ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ, ਰਾਮ ਰਾਮ ਜੀ। ਜਿਹੜਾ ਵੀ ਮਿਲਦਾ, ਜਿਹੜੇ ਧਰਮ ਦਾ ਮਿਲਦਾ, ਕਦੀ ਨਮਸਤੇ ਕਰਦਾ, ਕਦੀ ਸਤਿ ਸ੍ਰੀ ਅਕਾਲ ਕਹਿੰਦਾ, ਕਦੀ ਰਾਮ ਰਾਮ ਕਹਿੰਦਾ। ਉਹ ਪਤਾ ਕੀ ਕਰਦਾ, ਇਦਾਂ ਤੁਰਿਆ ਜਾਂਦਾ। ਕੋਈ ਕਵੇ ਨਾ ਰਾਮ ਰਾਮ ਜੀ, ਕਹਿ ਦਿਆਂਗੇ। ਕੋਈ ਕਵੇ ਨਮਸਤੇ ਜੀ, ਕਹਿ ਦਿਆਂਗੇ ਹੈ ਜੀ। ਸਾਰੇ ਬੜੇ ਹੈਰਾਨ, ਅਸੀਂ ਤੇ ਕਿੱਡੇ ਪਿਆਰ ਨਾਲ ਬੁਲਾਉਨੇ, ਕਹੀ ਜਾਂਦਾ ਕਹਿ ਦਿਆਂਗੇ। ਕੋਈ ਕਹਿੰਦਾ ਸਤਿ ਸ੍ਰੀ ਅਕਾਲ ਜੀ, ਕਹਿ ਦਿਆਂਗੇ। ਇੱਕ ਦਿਨ 5-7 ਬੰਦੇ ਕੋਲ ਚਲੇ ਗਏ, ਕਹਿੰਦੇ ਅਸੀਂ ਤੈਨੂੰ ਕਿੰਨੇ ਸਤਿਕਾਰ ਨਾਲ ਬੁਲਾਉਂਦੇ ਆ, ਤੂੰ ਸਾਡੀ ਗੱਲ ਦਾ ਜਵਾਬ ਨਹੀਂ ਦਿੰਦਾ, ਬਸ ਆਹੀ ਕਹੀ ਜਾਂਦਾ ਕਹਿ ਦਿਆਂਗੇ। ਕਹਿੰਦਾ ਮੈਂ ਪਤਾ ਕਿਉਂ ਕਹਿਣਾ ਕਹਿ ਦਿਆਂਗੇ, ਬੰਦਾ ਤੇ ਉਹ ਹੀ ਹੈ ਜਿਹਨੂੰ ਪਹਿਲੇ ਤੁਸੀਂ ਬੁਲਾਉਂਦੇ ਨਹੀਂ ਸੀ। ਅੱਜ ਮੇਰੇ ਕੋਲ ਮਾਇਆ ਆ ਗਈ, ਤੁਸੀਂ ਮੈਨੂੰ ਸਤਿ ਸ੍ਰੀ ਅਕਾਲ ਕਹਿੰਦੇ ਹੋ, ਨਮਸਤੇ ਕਹਿੰਦੇ ਹੋ, ਰਾਮ ਰਾਮ ਕਹਿੰਦੇ। ਅਸਲ 'ਚ ਮੈਨੂੰ ਥੋੜੀ ਮਾਇਆ ਨੂੰ ਕਹਿੰਦੇ ਹੋ, ਤੇ ਮਾਇਆ ਪਈ ਹੈ ਮੇਰੇ ਘਰ। ਜਦੋਂ ਤੁਸੀਂ ਮੈਨੂੰ ਕਹਿੰਦੇ ਹੋ ਸਤਿ ਸ੍ਰੀ ਅਕਾਲ, ਮੈਂ ਕਹਿਣਾ ਕਹਿ ਦਿਆਂਗੇ ਹੈ ਜੀ। ਜਿਹਨੂੰ ਬੁਲਾਈ ਉਹਨੂੰ ਕਹਿ ਦਿਆਂਗੇ। ਜਦੋਂ ਤੁਸੀਂ ਮੈਨੂੰ ਕਹਿੰਦੇ ਰਾਮ ਰਾਮ, ਤੇ ਮੈਂ ਕਹਿਣਾ ਕਹਿ ਦਿਆਂਗੇ। ਰਾਮ ਰਾਮ ਮੈਨੂੰ ਥੋੜੀ, ਬੰਦਾ ਤੇ ਉਹੀ ਹੈ। ਰਾਮ ਰਾਮ ਜਿਹਨੂੰ ਕਹਿੰਦੇ ਮੈਂ ਕਿਹਾ ਉਹਨੂੰ ਕਹਿ ਦਿਆਂਗੇ। ਇਹ ਮੇਰੀ ਬੇਨਤੀ, ਦੁਨੀਆ ਦਾ ਸੁਭਾਅ ਹੈ, ਇੱਕ ਇਹ ਦੁਨੀਆ ਦੀ ਫਿਤਰਤ ਹੈ। ਇਹ ਟੈਨਸ਼ਨ ਵਾਲੀ ਗੱਲ ਨਹੀਂ। ਬਸ ਇੱਕ ਚੀਜ਼ ਕਦੀ ਵੀ ਮਾਈਂਡ ਦੇ ਵਿੱਚੋਂ ਨਿਕਲਣ ਨਾ ਦਿਓ। ਉਹ ਪਤਾ ਕਿਹੜੀ ਚੀਜ਼? ਬਸ ਬਾਬਾ ਤੂੰ ਬਾਂਹ ਫੜੀ ਰੱਖੀ, ਬਸ ਤੂੰ ਬਸ ਮੇਰੀ ਬਾਂਹ ਫੜ ਕੇ ਰੱਖੀ। ਮੈਂ ਨਹੀਂ ਫੜਨੀ, ਮੇਰੇ ਚ ਔਕਾਤ ਹੀ ਨਹੀਂ ਤੇਰੀ ਬਾਂਹ ਫੜਨ ਦੀ। ਮੈਂ ਫੜਾਂਗਾ ਤਾਂ ਛੁੱਟ ਜਾਣੀ, ਤੂੰ ਫੜ ਕੇ ਰੱਖੀ ਬਾਂਹ ਮੇਰੀ ਤੂੰ। ਤੇ ਮੈਨੂੰ ਪਤਾ ਹੈ ਜਿਸ ਦਿਨ ਗੁਰੂ ਰਾਮਦਾਸ ਬਾਪੂ, ਉਹ ਬਾਪੂ ਦੀਪ ਸਿੰਘ, ਤੂੰ ਮੇਰੀ ਬਾਂਹ ਫੜ ਲਈ ਨਾ, ਉਹ ਜਿੰਨੀਆਂ ਮਰਜ਼ੀ ਤੱਤੀਆਂ ਹਵਾਵਾਂ ਝੁੱਲਣੀਆਂ ਸ਼ੁਰੂ ਹੋ ਜਾਣ, ਦੁਨੀਆ ਦੀ ਕੋਈ ਤਾਕਤ ਨਹੀਂ ਉਹ ਬਾਂਹ ਕੋਈ ਛੁਡਾ ਜਾਵੇ। ਸਤਿ ਸ੍ਰੀ ਅਕਾਲ। ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਉਹ ਬਾਂਹ ਛੁਡਾ ਜਾਵੇ। ਬਸ ਤੂੰ ਮੇਰੀ ਬਾਂਹ ਫੜ ਲੈ ਯਾਰਾ, ਤੂੰ ਮੇਰਾ ਯਾਰ ਹੈ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਭਾਈ ਹੈ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਪਿਓ ਹੈ, ਤੂੰ ਮੇਰਾ ਦੋਸਤ ਹੈ। ਸਾਰੇ ਨਾਤੇ ਮੇਰੇ ਤੇਰੇ ਨਾਲ ਨੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਫਿਰ ਸ਼ਬਦ ਪੜ੍ਹਦੇ ਆ। ਕਾਇਮ ਹੋ ਸਤਿ ਸ੍ਰੀ ਅਕਾਲ। ਵਾਹ ਵਾਹ, ਇਹੋ ਹੀ ਚੜ੍ਹਦੀ ਕਲਾ ਤੁਹਾਡੀ ਮੇਰੇ ਅੰਦਰ ਵੀ ਪੋਜ਼ਿਟਿਵਿਟੀ ਲਿਆਉਂਦੀ ਹੈ। ਤੁਹਾਡੀ ਚੜ੍ਹਦੀ ਕਲਾ, ਮੈਨੂੰ ਤੁਹਾਡੇ ਵੱਲ ਵੇਖ ਕੇ ਚਾਹ ਚੜ੍ਹਦਾ ਹੈ, ਚਾਹ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਉਂਕਿ ਤੁਸੀਂ ਮੈਨੂੰ ਹਰ ਮਹੀਨੇ ਫਿਕਰ ਪਾ ਦਿੰਦੇ ਹੋ। ਫਿਕਰ ਪਤਾ ਕਿਹੜਾ? ਪਿਆਰ ਵਾਲਾ। ਜਿੰਨਾ ਪ੍ਰਬੰਧ ਅਸੀਂ ਕਰਦੇ ਆ, ਜਿੰਨਾ ਕੁ ਟੈਂਟ ਪਿੱਛੇ ਲੈ ਜਾਂਦੇ ਤੁਸੀਂ ਉਹ ਵੀ ਭਰ ਦਿੰਦੇ ਹੋ। ਅਗਲੀ ਵਾਰੀ ਥੋੜਾ ਹੋਰ ਵੱਡਾ ਕਰਨਾ ਪੈਣਾ। ਆਖੋ ਵਾਹਿਗੁਰੂ ਜੀ।
ਸਤਿ ਸ੍ਰੀ ਅਕਾਲ। ਸੁਣਿਓ 15 ਦੀ ਰਹਿਣ ਸਬਾਈ ਭੁੱਲਿਓ ਨਾ, ਮੈਂ ਵਿੱਚੇ ਕਹਿ ਦਿੱਤਾ 15 ਨੂੰ ਰਹਿਣ ਸਬਾਈ ਵੀ ਹੈ। 15 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਮਨਾਉਣਾ ਆਪਾਂ 9 ਤੋਂ 3 ਵਜੇ ਤੱਕ, ਰਾਤੀ 9 ਤੋਂ 3। ਸ਼ਾਮੀ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਬੱਸਾਂ ਵੀ ਚੱਲਣਗੀਆਂ। ਜਿਹੜੀਆਂ ਸੰਗਤਾਂ ਸ਼ਹਿਰ ਤੋਂ ਜਾਂ ਉਧਰਲੇ ਇਲਾਕਿਆਂ ਤੋਂ ਆਉਣਾ ਚਾਹੁੰਦੀਆਂ ਹੁਣ ਬੱਸਾਂ 'ਚ ਆ ਸਕਦੀਆਂ। ਤੇ ਨਾਲ ਹੀ ਉਸ ਦਿਨ ਅੰਮ੍ਰਿਤ ਸੰਚਾਰ ਵੀ ਸ਼ਾਮੀ 6 ਵਜੇ। ਅਗਲੀ ਬੇਨਤੀ ਕਿ ਸਾਰਿਆਂ ਨੇ ਕੇਸਰੀ ਦਸਤਾਰਾਂ ਸਜਾ ਕੇ ਆਉਣੀਆਂ, ਵੀਰਾਂ ਨੇ ਤੇ ਭੈਣਾਂ ਨੇ ਕੇਸਰੀ ਦੁਪੱਟੇ ਲੈ ਕੇ ਆਉਣੇ ਇੱਕੋ ਲਿਬਾਸ ਵਿੱਚ। ਤੇ ਅਗਲੀ ਬੇਨਤੀ ਉਸ ਦਿਨ ਬੱਚਿਆਂ ਦੀ ਦਸਤਾਰ ਬੰਦੀ ਵੀ ਹੈ, ਸਮੂਹਿਕ ਬੱਚਿਆਂ ਦੀ। ਜਿਹੜੇ ਜਿਹੜੇ ਬੱਚੇ ਦਸਤਾਰ ਸਜਾਉਣਾ ਚਾਹੁੰਦੇ ਹੋਣ, 50 ਹੋ ਜਾਣ, 100 ਹੋ ਜਾਣ, 200 ਹੋ ਜਾਣ, ਗਰੁੱਪ ਬਣਾ ਲਾਂਗੇ ਗੁਰੂ ਜੀ ਦੀ ਕਿਰਪਾ ਦੇ ਨਾਲ। ਮੰਨ ਲਓ ਜੇ ਜ਼ਿਆਦਾ ਹੋ ਜਾਣਗੇ ਬੱਚੇ, 50 ਨੂੰ ਹੁਣ ਸਜਾਤੀ, 50 ਨੂੰ ਫਿਰ ਇੱਕ ਕੀਰਤਨ ਤੋਂ ਬਾਅਦ ਇਦਾਂ ਕਰੀ ਜਾਵਾਂਗੇ। ਤੇ ਇਹ ਉਸ ਦਿਨ ਰਹਿਣ ਸਬਾਈ ਦੇ ਦੌਰਾਨ ਬੱਚਿਆਂ ਦੀ ਦਸਤਾਰ ਬੰਦੀ ਵੀ ਹੋਣੀ ਹੈ। ਤੇ ਇਹ ਚੀਜ਼ ਧਿਆਨ ਵਿੱਚ ਰੱਖਿਓ। ਸਾਰਿਆਂ ਨੇ ਤਕਰੀਬਨ 8 ਵਜੇ, ਲਾਸਟ ਟਾਈਮ 8 ਵਜੇ ਪਹੁੰਚ ਜਾਣਾ। 8 ਵਜੇ ਪਹੁੰਚ ਕੇ ਲੰਗਰ ਪਾਣੀ ਛਕ ਕੇ ਤੇ ਫਿਰ ਸੱਜ ਜਾਣਾ ਆਪਣੀ ਆਪਣੀ ਜਗ੍ਹਾ ਤੇ। ਤੇ ਇਹ ਚੁਪਹਿਰੇ ਵਾਸਤੇ ਵੀ ਮੈਂ ਬੇਨਤੀ ਕਰਾਂਗਾ, ਤਕਰੀਬਨ ਪਰਿਵਾਰਕ ਮੈਂਬਰ ਸਮੇਂ ਤੋਂ ਪਹਿਲੇ ਪਹੁੰਚਦੇ ਨੇ, ਪਰ ਮੇਰੀ ਬੇਨਤੀ ਪੂਰਾ ਚੁਪਹਿਰਾ ਕੱਟਿਆ ਕਰੋ। 10 ਵਜੇ ਕਿਹਾ ਜਾਵੇ ਨਾ ਤੇ 9:30 ਆ ਕੇ ਬਹਿ ਜਾਇਆ ਕਰੋ ਗੁਰੂ ਜੀ ਦੀ ਮਿਹਰ ਨਾਲ। ਸਕੂਲ ਵਿੱਚ ਜਾਓ, ਬੱਚੇ ਡਿਸਪਲਿਨ 'ਚ ਰਹਿੰਦੇ ਨੇ, ਇੱਕ ਡਿਸਪਲਿਨ 'ਚ, ਅਨੁਸ਼ਾਸਨ 'ਚ। ਇਹ ਨਹੀਂ ਕਿ 10 ਵਜੇ ਮੰਨ ਲਓ ਸਕੂਲ ਲੱਗਣਾ, 8 ਵਜੇ ਸਕੂਲ ਲੱਗਣਾ, ਬੱਚਾ ਕੋਈ 9 ਜਾਵੇ ਕੋਈ 10 ਜਾਵੇ, ਪ੍ਰਿੰਸੀਪਲ ਫਿਰ ਜੁਰਮਾਨਾ ਲਾ ਦਿੰਦਾ ਹੈ ਜੀ, ਫਾਈਨ ਲੱਗਦਾ। ਤੇ ਇਹ ਮੇਰੀ ਬੇਨਤੀ ਹੈ, ਅਗਲਾ ਵੀ ਜਦੋਂ ਚੁਪਹਿਰਾ ਆਉਣਾ ਹੈ ਨਾ 10 ਵਜੇ ਆਪਾਂ ਸ਼ੁਰੂ ਕਰਨਾ ਹੁੰਦਾ, 9:30 ਸੰਗਤ ਸਾਰੀ ਬੈਠੀ ਹੋਵੇ, ਆਨੰਦ ਤਾਂ ਬਣੇ, ਹੋਰ ਰਸ ਵਧੇ। ਬਾਬਾ ਕਹੇ ਹਾਂ ਮੇਰੇ ਬੱਚਿਆਂ ਨੂੰ ਸਕੂਲ 'ਚ ਬਹਿਣ ਦੀ ਜਾਚ ਆ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਸੀਂ ਇੱਕ ਦਿਨ ਮੰਗਦੇ ਹਾਂ ਤੁਹਾਡੇ ਕੋਲੋਂ, ਸਿਰਫ ਇੱਕ ਦਿਨ, 6 ਘੰਟੇ ਆ ਵਾਲੇ 10 ਤੋਂ 4 ਦੇ। ਤੇ ਇਹ ਆਪਣੇ ਸਮਝਣੇ ਹੀ ਨਹੀਂ। ਇਹ 27 ਦਾ ਦਿਨ ਹੈ ਹੀ ਬਾਬੇ ਦਾ। ਤੇ ਜੇ ਬਾਬੇ ਦਾ ਦਿਨ 11 ਵਜੇ ਕਈ ਪਹੁੰਚਦੇ ਨੇ, 11 ਦੀ ਜਗ੍ਹਾ 9:30 ਪਹੁੰਚ ਜਾਓਗੇ, ਕੁਝ ਘਟੇਗਾ ਨਹੀਂ, ਵਧੇਗਾ ਹੀ। ਇਹ ਮੇਰੀ ਬੇਨਤੀ ਹੈ। ਸਮੇਂ ਦਾ ਜਿੰਨੇ ਪਰਿਵਾਰਕ ਮੈਂਬਰ ਸਾਰੇ ਖਿਆਲ ਰੱਖਦੇ ਨੇ, ਪਰ ਮੈਂ ਤਾਂ ਕਰਕੇ ਖੁੱਲਾ ਇਸ਼ਾਰਾ ਦੇ ਦਿੱਤਾ, ਜਿਹੜਾ ਕੋਈ ਇਦਾਂ ਗਲਤੀ ਕਰਦਾ ਉਹ ਨਹੀਂ ਕਰਨੀ ਅੱਗੇ ਤੋਂ। 10 ਦਾ ਟਾਈਮ ਹੈ ਤੇ 9:30 ਪਹੁੰਚ ਜਾਣਾ। 9 ਪਹੁੰਚੋ, ਲੰਗਰ ਚੱਲਦਾ ਹੁੰਦਾ, ਛੱਕ ਕੇ ਬਹਿ ਜਾਓ। 9:30 ਵਜੇ ਸਾਰੀ ਸੰਗਤ ਇਦਾਂ ਸਜੀ ਹੋਵੇ, ਬਾਪੂ ਜੀ ਆਉਣ ਗੁਰੂ ਗ੍ਰੰਥ ਸਾਹਿਬ, ਪਤਾ ਲੱਗੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਆਇਆ। ਤੇ ਸੰਗਤ ਖੜੀ ਹੈ, ਉਡੀਕ ਰਹੀ ਸੀ ਮਾਲਕ ਨੂੰ, ਆਨੰਦ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਗੱਲ ਸੁਣ ਲਓ, ਫਿਰ ਮੈਂ ਸ਼ਬਦ ਪੜ੍ਹਨਾ। ਕਰਮਾਂ ਦੇ ਨਾਲ ਕੀ ਹੁੰਦੀ ਹੈ ਪਹਿਚਾਨ ਇਨਸਾਨ ਦੀ। ਕਰਮ, ਜਿਹੜੇ ਮੈਂ ਕਰਮ ਕਰ ਰਿਹਾ, ਕੰਮ ਕਰ ਰਿਹਾ, ਮੈਂ ਕੀਰਤਨ ਕਰਦਾ, ਕੀਰਤਨ ਕਰਕੇ ਸਾਰੀ ਦੁਨੀਆ ਮੈਨੂੰ ਜਾਣਦੀ ਹੈ ਜੀ। ਨਾਮ ਲਓਗੇ ਮੇਰਾ, ਸਭ ਨੂੰ ਪਤਾ ਲੱਗ ਜਾਣਾ ਕੀਰਤਨ ਕਰਦੇ ਨੇ, ਠੀਕ ਹੈ। ਹੁਣ ਮੰਨ ਲਓ ਕੋਈ ਵੱਡਾ ਬਿਜ਼ਨਸਮੈਨ ਹੈ, ਵੱਡਾ ਬਿਜ਼ਨਸਮੈਨ, ਉਹਦਾ ਨਾਮ ਲਓਗੇ ਨਾ ਪਤਾ ਲੱਗ ਜਾਣਾ ਇਹ ਵੱਡੇ ਬਿਜ਼ਨਸਮੈਨ ਦਾ ਨਾਮ ਲਿੱਤਾ ਜਾ ਰਿਹਾ। ਕੋਈ ਅਭਿਨੇਤਾ ਹੈ, ਕੋਈ ਐਕਟਰ ਹੈ, ਕੋਈ ਨੇਤਾ ਹੈ, ਲੀਡਰ ਹੈ, ਪਤਾ ਲੱਗ ਜਾਂਦਾ ਉਹਦੇ ਕੰਮ ਤੋਂ ਉਹਦੀ ਪਛਾਣ ਹੋ ਜਾਂਦੀ, ਇਹ ਬੰਦਾ ਫਲਾਣਾ ਕੰਮ ਕਰਦਾ ਹੈ। ਕਰਮਾਂ ਦੇ ਨਾਲ ਹੀ ਪਹਿਚਾਨ ਹੁੰਦੀ ਹੈ ਇਨਸਾਨ ਦੀ। ਨਹੀਂ ਤੇ ਮਹਿੰਗੇ ਕੱਪੜੇ ਤੇ ਪੁਤਲਿਆਂ ਨੇ ਵੀ ਪਾਏ ਹੁੰਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੁਣ ਮੈਂ ਮੰਨ ਲਓ 50,000 ਦਾ ਜੋੜਾ ਪਾੜਿਆ, ਪਾਉਂਦਾ ਨਹੀਂ ਮੈਂ, ਵੈਸੇ 1000-1200 ਦਾ ਹੀ ਪਾਉਂਦਾ ਉਹਦਾ ਜੀ। ਇਹ ਮੈਂ ਵੈਸੇ ਇੱਕ ਐਗਜ਼ਾਮਪਲ ਦੇ, ਮੰਨ ਲਓ ਮੈਂ 50,000 ਦਾ ਜੋੜਾ ਪਾਇਆ ਹੈ ਜੀ। ਹੁਣ 50,000 ਦਾ ਜੋੜਾ ਪਾ ਕੇ ਕੰਮ ਮੈਂ ਕਰਾਂ ਦੂਜੇ, ਤੇ ਫਿਰ ਕੋਈ ਸਤਿਕਾਰ ਥੋੜੀ ਕਰੇਗਾ। ਜਿਹੋ ਜਿਹੇ ਕਰਮ ਹੋਣਗੇ ਉਹੋ ਜੀ ਜੋ ਇੱਜ਼ਤ ਬਣੇਗੀ, ਲੋਕ ਗਾਲਾਂ ਵੀ ਕੱਢਣਗੇ। ਚੰਗੇ ਕਰਮ ਕਰਾਂਗੇ ਤੇ ਲੋਕ ਐਪਰੀਸ਼ੀਏਟ ਵੀ ਕਰਨਗੇ। ਮਹਿੰਗੇ ਕੱਪੜਿਆਂ ਨਾਲ ਗੱਲ ਨਹੀਂ ਬਣਦੀ। ਕੱਪੜੇ ਭਾਵੇਂ ਤੂੰ ਸਾਦੇ ਹੀ ਪਾਏ ਨੇ, ਕਰਮ ਚੰਗੇ ਕਰ ਰਹੇ ਆ ਨਾ, ਉਹ ਕਰਮਾਂ ਕਰਕੇ ਪੂਰੇ ਵਰਲਡ ਵਿੱਚ ਤੇਰੀ ਪਛਾਣ ਬਣ ਜਾਣੀ, ਫਲਾਣਾ ਬੰਦਾ ਇੰਨੀ ਸੇਵਾ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿੰਨੇ ਤੁਸੀਂ ਰੋਜ਼ ਸੁਣਦੇ ਹੋ, ਕਰਮ ਚੰਗੇ ਕਰੋ, ਅੱਛੇ ਕਰਮ ਕਰੋ, ਗੁਰੂ ਕਿਰਪਾ ਕਰੇ, ਚੰਗੇ ਇਨਸਾਨ ਬਣੋ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 764 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ, ਹਮ ਘਰ ਸਾਜਨ ਆਇਆ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ, ਬੜੀ ਰੰਗ ਰਤੜੀ ਰੂਹ। ਬਾਬਾ ਨੰਦ ਸਿੰਘ ਸਾਹਿਬ ਤੋਂ ਬਾਅਦ ਜਿਨ੍ਹਾਂ ਨੇ ਅਤਿਅੰਤ ਸੇਵਾ ਕੀਤੀ, ਅਤਿਅੰਤ ਸੇਵਾ,
ਉਹਨਾਂ ਦਾ ਕੱਲ ਜਨਮ ਦਿਹਾੜਾ ਲੰਘਿਆ ਤੇ ਮੇਰੇ ਮਨ ਦੀ ਭਾਵਨਾ ਬਣੀ, ਆਓ ਬੜੇ ਪਿਆਰ 'ਚ ਬਾਬਾ ਈਸ਼ਰ ਸਿੰਘ ਜੀ ਉਹਨਾਂ ਨੂੰ ਜੀ ਆਇਆਂ ਵੀ ਕਹਿ ਲਈਏ। ਤੇ ਸਾਰੀ ਸੰਗਤ ਪਿਆਰ 'ਚ ਹਾਜ਼ਰੀਆਂ ਲਾਏ, ਕੋਈ ਰਸਨਾ ਮਾਂਝੀ ਨਾ ਰਹੇ। ਬਿਲਕੁਲ ਥੋੜੇ ਜਿਹੇ ਮਿੰਟ ਬਾਕੀ ਨੇ, 15 ਹੱਦ 20 ਮਿੰਟ ਰਹਿ ਗਏ ਤੇ ਆਪਣੀਆਂ ਅਰਜ਼ੀਆਂ ਲਾ ਕੇ ਜੋ ਜੋ ਕਹਿਣਾ ਸਭ ਨੂੰ ਪਤਾ ਹੈ। ਬਾਪੂ ਨੇ ਸਭ ਦੀਆਂ ਜਿਹੜੀਆਂ ਜਾਇਜ਼ ਮੰਗਾਂ ਪੂਰੀਆਂ ਕਰਨੀਆਂ ਹੁੰਦੀਆਂ, ਸਹੀ ਮਾਰਨੀ ਹੁੰਦੀ ਸਭ ਦੀ ਜਾਇਜ਼ ਮੰਗ ਦੇ ਉੱਤੇ। ਹਾਂ, ਫਰਕ ਇੱਥੇ ਆ ਕੇ ਪੈ ਜਾਂਦਾ ਹੈ, ਕਿਸੇ ਦੀ ਮੰਗ ਅੱਜ ਪੂਰੀ ਉਸੇ ਵੇਲੇ ਹੋ ਗਈ, ਕਿਸੇ ਦੇ ਕਰਮਾਂ ਦੀ ਢਿੱਲ ਜਿਹੜੀ ਹੁੰਦੀ ਹੈ ਨਾ ਉਹ ਥੋੜੀ ਜਿਹੀ ਲੇਟ ਕਰਾ ਦਿੰਦੀ ਹੈ ਕੰਮ। ਤੇ ਜਦੋਂ ਕਰਮਾਂ ਦੀ ਢਿੱਲ ਕਰਕੇ ਲੇਟ ਹੋਣ ਲੱਗੇ ਨਾ ਤੇ ਕਹਿ ਦਿਆ ਕਰੋ ਸਾਈਂ ਨੂੰ, ਕਰਮ ਲਿਖਣ ਵਾਲਾ ਵੀ ਤੇ ਤੂੰ ਹੀ ਹੈ ਨਾ। ਜੇ ਢਿੱਲੇ ਲਿਖਤੇ ਤੇ ਹੁਣ ਕਰਦੇ ਕਿਰਪਾ, ਹੁਣ ਕਰਦੇ ਮੇਰ। ਮੈਂ ਦੂਜਿਆਂ ਕੋਲ ਥੋੜੀ ਜਾਣਾ, ਮੈਂ ਜੋਤਸ਼ੀਆਂ ਕੋਲ ਥੋੜੀ ਜਾਣਾ, ਮੈਂ ਜਿਹੜੇ ਨਗਾਂ ਦੀਆਂ ਮੁੰਦਰੀਆਂ ਪਾਉਂਦੇ ਨੇ ਉਹਨਾਂ ਕੋਲ ਥੋੜੀ ਜਾਣਾ, ਮੈਂ ਕੋਈ ਕਬਰਾਂ ਤੇ ਥੋੜੀ ਜਾਣਾ। ਬਾਪੂ ਜੀ ਜੇ ਕਰਮਾਂ 'ਚ ਢਿੱਲ ਵੀ ਤੇ ਤੂੰ ਹੀ ਪੂਰੀ ਕਰਨੀ ਹੈ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਨਾਲ ਲੱਖੋ ਧੰਨ ਬਾਬਾ ਜੀ। ਬਸ ਪੜਿਓ ਜੀ, ਮਹਾਂਪੁਰਖਾਂ ਨੂੰ ਜੀ ਆਇਆਂ ਕਹਿ ਲੋ। ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਬੋਲੋ ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਸਖੀ ਮਿਲੋ ਰਸ ਮੰਗਲ ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ ਦੇਵ ਸਿੰਘ ਜੀ। ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ, ਸੋਹਿਲੜਾ ਜੁਗ ਚਾਰੇ, ਹਮ ਕਰ ਸਾਜਨ ਆਇਆ, ਸਾਰੇ ਹਮ ਕਰ ਸਾਜਨ ਆਇਆ, ਕਬੋ ਜੀ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। अपने कर आया थान सुहाया,
जन तेरे पवन रूप दिखाया। सखी मिलो रस मंगल गावो, हम करे साजन आया। हम कर साजन आया। हम कर साजन आया। कहो जी आया। हम कर साजन आया। हम कर साजन आया। धन बाबा जी, धन बाबा जी, बाबा जी, धन 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 बाबा जी। जी हम कर साजन आया। हम कर साजन आया। हम कर साजन आया। हम कर साजन आया। सारी संगत प्यार नाल लखो धन गुरु रामदास जी। धन गुरु रामदास जी। बाबा ईशर सिंह जी जिन्हां दा कल जन्म दिहाड़ा बतीत होया। बड़े बड़े महापुरख कमाई ਐਵੇਂ ਜੈ ਜੈਕਾਰਾਂ ਨਹੀਂ ਹੁੰਦੀਆਂ। ਅੱਜ ਬਾਬਾ ਦੀਪ ਸਿੰਘ ਜੀ ਦੀਆਂ ਜੈ ਜੈਕਾਰਾਂ ਕਿਉਂ ਨੇ? ਸਦਕਾ ਕਮਾਈ ਦਾ। ਬਾਬਾ ਨੰਦ ਸਿੰਘ ਦੀਆਂ ਜੈ ਜੈਕਾਰਾਂ ਕਿਉਂ ਨੇ? ਸਦਕਾ ਕਮਾਈ ਹੈ ਜੀ, ਕਮਾਈ ਦਾ ਸਦਕਾ। ਬਾਬਾ ਈਸ਼ਰ ਸਿੰਘ ਜੀ ਅੱਜ ਜੈ ਜੈਕਾਰਾਂ ਪੂਰਾ ਜਹਾਨ ਕਰਦਾ ਕਮਾਈ ਦੇ ਸਦਕੇ। ਏਡੀ ਕਮਾਈ ਸੀ, ਏਡੀ ਕਠਨ ਘਾਲਣਾ ਘਾਲੀ ਉਸ ਮਹਾਂਪੁਰਖ ਨੇ, ਏਡੀ ਕਠਨ ਘਾਲਣਾ। ਸਤਿਗੁਰਾਂ ਦੀ ਬਾਣੀ ਪੜੋ। ਸਤਿਗੁਰੂ ਕਹਿੰਦੇ ਮਹਾਂਪੁਰਖਾਂ ਦੀ ਘਾਲਣਾ ਘਾਲਣੀ ਸੌਖੀ ਨਹੀਂ। ਗੁਰੂ ਪਿਆਰਿਆਂ ਦੀ, ਗੁਰੂ ਸਾਹਿਬਾਨ ਦੀ ਘਾਲਣਾ ਘਾਲਣੀ। ਗੁਰ ਪੀਰਾਂ ਕੀ ਚੱਕਰੀ ਮਹਾ ਕਰੜੀ, ਬੜੀ ਕਰੜੀ ਹੈ ਗੁਰੂ ਦੀ ਚੱਕਰੀ। ਪੀਰਾਂ ਫਕੀਰਾਂ ਦੀ, ਮਹਾਂਪੁਰਖਾਂ ਦੀ ਚੱਕਰੀ, ਗੁਰ ਪੀਰਾਂ ਕੀ ਚੱਕਰੀ ਮਹਾ ਕਰੜੀ। ਪਰ ਕਹਿੰਦੇ ਸੁਖ ਸਾਰ, ਸੁਖ ਵੀ ਦਿੰਦੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮਾਂ ਕਰੜੀ। ਮਾਂ ਕਰੜੀ ਪਤਾ ਕਿਵੇਂ? ਬਾਬਾ ਨੰਦ ਸਿੰਘ ਜੀ ਨੇ ਨਾ ਬਾਬਾ ਈਸ਼ਰ ਸਿੰਘ ਜੀ ਨੂੰ ਕਿਹਾ, ਈਸ਼ਰ ਭੁੱਖ ਲੱਗੀ, ਪ੍ਰਸ਼ਾਦਾ ਲਿਆ। ਇੱਕੋ ਹੀ ਪ੍ਰਸ਼ਾਦਾ ਛਕਦੇ ਸੀ 24 ਘੰਟਿਆਂ 'ਚ। ਬਾਬਾ ਈਸ਼ਰ ਸਿੰਘ ਜੀ ਸੇਵਾ 'ਚ ਸੀ, ਪ੍ਰਸ਼ਾਦਾ ਲਿਆਂਦਾ, ਥੋੜੀ ਜਿਹੀ ਸਬਜ਼ੀ। ਤੇ ਹੁਣ ਮਨ 'ਚ ਬਾਬਾ ਈਸ਼ਰ ਸਿੰਘ ਜੀ ਦੇ ਕੀ ਆਇਆ? ਕੋਲ ਖੜ ਜਾਂਦੇ ਆ, ਜੇ ਕੋਈ ਹੁਕਮ ਕਰਨਗੇ, ਸੇਵਾ ਕਹਿਣਗੇ, ਉਸੇ ਵੇਲੇ ਬਚਨ ਮੰਨ ਕੇ ਭੱਜੇ ਜਾਵਾਂਗੇ। ਹਰ ਵੇਲੇ ਸੇਵਾ 'ਚ ਭੱਜਦੇ ਹੀ ਰਹਿੰਦੇ ਸੀ, ਭੱਜਦੇ। ਪੈਰਾਂ ਦੀਆਂ ਅੱਡੀਆਂ ਇੰਨੀਆਂ ਫੱਟ ਜਾਂਦੀਆਂ ਸੀ, ਹਰ ਵੇਲੇ ਭੱਜਦੇ ਹੀ ਰਹਿਣਾ। ਬਾਬਾ ਈਸ਼ਰ ਸਿੰਘ ਜੀ ਨੇ ਜੋ ਹੁਕਮ ਲਾਉਣਾ, 7 ਬਚਨ 24 ਘੰਟਿਆਂ ਦੇ ਵਿੱਚ ਆਰਾਮ ਪਤਾ ਕਿਵੇਂ ਕਰਦੇ ਸੀ? ਕੰਧ ਦੇ ਨਾਲ ਢੋ ਲਾ ਕੇ 1-2 ਘੰਟੇ ਉਦਾਂ ਹੀ ਝੌਂਕਾਂ ਲੈ ਲੈਣੀਆਂ, ਸੌਂ ਜਾਣਾ। ਤੇ ਉਹਦੇ ਦੌਰਾਨ ਵੀ ਪਿਆਰ ਵਾਲੇ ਸੰਗੀ ਦੱਸਦੇ ਨੇ, ਕਹਿੰਦੇ ਉਸ ਸਮੇਂ ਦੇ ਦੌਰਾਨ ਵੀ ਜੇ ਕਿਤੇ ਮਾੜੀ ਜਿਹੀ ਵੀ ਅੱਖ ਏਦਾਂ ਖੁੱਲਣੀ ਨਾ, ਇਹੋ ਹੀ ਕਹਿਣਾ, ਆਇਆ ਬਾਬਾ ਜੀ, ਹੁਣੇ ਆਇਆ। ਉਹਨਾਂ ਨੂੰ ਮਹਿਸੂਸ ਹੁੰਦਾ ਜਿਵੇਂ ਮਹਾਂਪੁਰਖ ਆਵਾਜ਼ ਮਾਰ ਰਹੇ ਨੇ। ਹੁਣ ਬਾਬਾ ਈਸ਼ਰ ਸਿੰਘ ਜੀ ਨੂੰ ਬਾਬਾ ਨੰਦ ਸਿੰਘ ਜੀ ਕਹਿੰਦੇ, ਈਸ਼ਰ ਪ੍ਰਸ਼ਾਦਾ ਲਿਆ। ਜਦੋਂ ਲਿਆਂਦਾ, ਥੋੜੀ ਜਿਹੀ ਸਬਜ਼ੀ ਉੱਤੇ ਪਾਈ ਤੇ ਕੋਲ ਖੜ ਕੇ ਕੋਈ ਹੁਕਮ ਲਾਉਣਗੇ, ਭੱਜੇ ਜਾਵਾਂਗੇ। ਤੇ ਬਾਬਾ ਨੰਦ ਸਿੰਘ ਪਤਾ ਕੀ ਕਹਿੰਦੇ? ਕਹਿੰਦੇ ਸੇਵਾ ਕਰਨ ਦੀ ਵੀ ਜਾਚ ਨਹੀਂ, ਅਸੀਂ ਪ੍ਰਸ਼ਾਦਾ ਛਕ ਰਹੇ ਆ, ਬੁਰਕੀਆਂ ਗਿਣਨ ਵਾਸਤੇ ਸਾਡੇ ਸਿਰ ਤੇ ਖੜ ਗਏ ਆ। 7 ਬਚਨ ਗਲਤੀ ਹੋ ਗਈ ਜੀ, ਕੁਝ ਬੋਲੇ ਨਹੀਂ, ਗਲਤੀ ਹੋ ਗਈ। ਅਗਲੇ ਦਿਨ ਫਿਰ ਲਿਆਂਦਾ ਪ੍ਰਸ਼ਾਦਾ ਤੇ ਦਿਮਾਗ 'ਚ ਉਹੀ ਗੱਲ ਘੁੰਮੀ ਜਾਂਦੀ ਕਿ ਕੱਲ ਝਿੜਕਾਂ ਪਈਆਂ ਸੀ ਕੋਲ ਖਲੋਣ ਤੇ, ਕਿ ਕੋਲ ਹੀ ਖੜ ਜਾਂਦੇ ਨੇ ਬੁਰਕੀਆਂ ਗਿਣਨ ਵਾਸਤੇ। ਅੱਜ ਪ੍ਰਸ਼ਾਦਾ ਦਿੱਤਾ ਤੇ ਥੋੜੀ ਦੂਰੀ ਤੇ ਨਾ ਬੂਹੇ ਦੇ ਕੋਲ ਜਾ ਕੇ ਖੜ ਗਏ। ਤੇ ਬਾਬਾ ਨੰਦ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਸੇਵਾ ਕਰਨ ਦੀ ਵੀ ਜਾਚ ਨਹੀਂ, ਅਸੀਂ ਪ੍ਰਸ਼ਾਦਾ ਛਕ ਰਹੇ ਆ, ਜੇ ਕਿਸੇ ਚੀਜ਼ ਦੀ ਲੋੜ ਪਏਗੀ ਤੇ ਉੱਚੀ ਉੱਚੀ ਆਵਾਜ਼ਾਂ ਮਾਰਾਂਗੇ। ਦੇਖੋ
ਕੋਲ ਖਲੋਤੇ ਤਾਂ ਝੜਕਾਂ, ਦੂਰ ਖਲੋਤੇ ਤਾਂ ਆ ਜੇ ਮਹਾਂ ਕਰੜੀ। ਪਰ ਇਹਨੂੰ ਜੇ ਕੋਈ ਸਮਝ ਲਵੇ ਨਾ, ਇਹ ਅਖੀਰ ਤੇ ਸੁੱਖ ਵੀ ਦਿੰਦੀ। ਦੱਸੋ ਬਾਬਾ ਨੰਦ ਸਿੰਘ ਜੀ ਨੇ ਫਿਰ ਉਹ ਸੇਵਾ ਕਿਹਨੂੰ ਫੜਾਈ? ਬਾਬਾ ਈਸ਼ਰ ਸਿੰਘ ਜੀ ਨੂੰ, ਗੁਰੂ ਗ੍ਰੰਥ ਸਾਹਿਬ ਦੀ। ਵੇਖ ਲਿਆ ਇਹ ਝੱਲ ਲੈਂਦਾ ਹਰ ਗੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ। ਇਹ ਬਸੇ ਮਹਾਂਪੁਰਖ ਅੰਦਰਲਾ ਬਰਤਨ ਸਾਫ਼ ਕਰ ਰਿਹਾ ਹੁੰਦਾ, ਅੰਦਰਲਾ ਬਰਤਨ। ਬੜੀ ਕਠਿਨ ਘਾਲਣਾ ਘਾਲੀ। ਇਹ ਮਹਾਂਪੁਰਖਾਂ ਦੀ ਘਾਲਣਾ ਸੌਖੀ ਨਹੀਂ ਹੁੰਦੀ। ਇੱਕ ਦਿਨ ਬਾਬਾ ਸਾਧੂ ਸਿੰਘ, ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਖ, ਉਹਨਾਂ ਦੇ ਕੋਲ ਆ ਕੇ ਨਾ ਕਿਸੇ ਸ਼ਰੀਰ ਨੇ ਇੰਨੀ ਗੱਲ ਕਹੀ, ਮਹਾਂਪੁਰਖੋ ਦੁਨੀਆ ਤੇ ਕੋਈ ਇਹੋ ਜਿਹਾ ਹੈ ਜਿਹਨੇ ਗਲਤੀ ਨਾ ਵੀ ਕੀਤੀ ਹੋਵੇ ਤਾਂ ਵੀ ਮੰਨੀ ਜਾਵੇ। ਬਾਬਾ ਜੀ ਕਹਿੰਦੇ ਕੋਈ ਨਹੀਂ, ਦਿਖਾ ਦੇ। ਆਪਣੇ ਸੇਵਾਦਾਰ ਬਾਬਾ ਝੰਡਾ ਸਿੰਘ ਜੀ ਦੇ ਨਾਮ ਨਾਲ ਇੱਕ ਰੁੱਕਾ ਲਿਖਿਆ। ਅੰਮ੍ਰਿਤਸਰ ਕਿਸੇ ਦੇ ਖੱਤ ਉਹ ਰੁੱਕਾ ਭੇਜਿਆ। ਰੁੱਕੇ 'ਚ ਲਿਖਿਆ ਕੀ ਸੀ ਕਿ ਪਰਸੋਂ 6-7 ਟਰੱਕ ਸੰਗਤ ਦੇ ਲੈ ਕੇ ਅਨੰਦਪੁਰ ਸਾਹਿਬ ਪਹੁੰਚੋ, ਕਾਰ ਸੇਵਾ ਚੱਲ ਰਹੀ ਹੈ। 7 ਵਚਨ। ਹੁਣ ਬਾਬਾ ਝੰਡਾ ਸਿੰਘ ਜੀ ਨੇ ਤਿਆਰੀਆਂ ਸ਼ੁਰੂ ਕਰਤੀਆਂ, ਸੰਗਤ ਨੂੰ ਇਕੱਠਿਆਂ ਕੀਤਾ। ਜਿਹੜਾ ਦਿਨ ਮਹਾਂਪੁਰਖਾਂ ਨੇ ਦੱਸਿਆ 6-7 ਟਰੱਕ ਲੈ ਕੇ ਪਹੁੰਚ ਗਏ। ਗੱਲ ਸੁਣਨ ਵਾਲੀ ਜੀ। ਜਦੋਂ ਪਹੁੰਚੇ ਤੇ ਉਸ ਸਮੇਂ ਨਾ ਜਦੋਂ ਮਹਾਂਪੁਰਖਾਂ ਨੂੰ ਜਾ ਕੇ ਕਿਹਾ, ਮਹਾਂਪੁਰਖੋ ਇਦਾਂ 6-7 ਟਰੱਕ ਨੇ ਸੰਗਤ ਦੇ ਲੈ ਕੇ ਆਏ ਆ, ਤੇ ਉਸ ਵੇਲੇ ਮਹਾਂਪੁਰਖ ਝਿੜਕਾਂ ਦੇ ਕੇ ਬਾਬਾ ਝੰਡਾ ਸਿੰਘ ਜੀ ਨੂੰ ਪਤਾ ਕੀ ਕਹਿੰਦੇ? ਕਹਿੰਦੇ ਐਵੇਂ ਮੂੰਹ ਚੱਕ ਕੇ ਸੰਗਤ ਲਿਆਈ ਜਾਂਦੇ ਨੇ, ਇੱਥੇ ਕੋਈ ਸੰਗਤਾਂ ਦੀ ਘਾਟ ਹੈ? 6-7 ਟਰੱਕ ਲੈਂਦੇ ਨੇ ਸੰਗਤ ਦੇ, ਇੱਥੇ ਕੋਈ ਸੰਗਤਾਂ ਥੋੜੀਆਂ ਨੇ ਸੇਵਾ ਕਰਨ ਵਾਲੀਆਂ? ਆਪਣੀਆਂ ਮਰਜ਼ੀਆਂ ਕਰਦੇ। ਤੇ ਇੱਥੋਂ ਤੱਕ ਵੀ ਲਫ਼ਜ਼ ਬੋਲ ਦਿੱਤੇ। ਸੰਗਤ ਬੈਠੀ ਹੈ ਸਾਰੀ, ਸਾਰਿਆਂ ਦੇ ਵਿੱਚ ਇੱਥੋਂ ਤੱਕ ਵੀ ਕਹਿਤਾ, ਜਾ ਚਲਿਆ ਜਾ ਬਾਹਰ, ਇਹਨੂੰ ਸੇਵਾ ਕਰਨ ਦੀ ਜਾਚ ਨਹੀਂ। 6-7 ਟਰੱਕ ਲੈ ਕੇ ਆਪੇ ਆ ਗਿਆ ਸੰਗਤ ਦੇ, ਬੁਲਾਇਆ ਆਪ ਹੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਆ ਜੇ ਮਹਾਂ ਕਰੜੀ। ਹੁਣ ਜਦੋਂ ਬਾਹਰ ਗਏ ਨਾ ਬਾਬਾ ਝੰਡਾ ਸਿੰਘ ਜੀ, ਤੇ ਉਹੋ ਹੀ ਸ਼ਰੀਰ ਕੋਲ ਖਲੋਤਾ ਹੈ। ਬਾਬਾ ਜੀ ਕਹਿੰਦੇ ਸਮਝਿਆ? ਕਹਿੰਦਾ ਜੀ ਨਹੀਂ। ਮਹਾਂਪੁਰ ਕਹਿੰਦੇ ਤੂੰ ਕਿਹਾ ਸੀ ਕੁਝ ਦਿਨ ਪਹਿਲਾਂ ਕਿ ਕੋਈ ਇਹੋ ਜਿਹਾ ਬੰਦਾ ਦਿਖਾਓ ਜਿਹਨੇ ਗਲਤੀ ਨਾ ਵੀ ਕੀਤੀ ਹੋਵੇ ਤਾਂ ਵੀ ਮੰਨੀ ਜਾਵੇ। ਕਹਿੰਦੇ ਜੇ ਬਾਬਾ ਝੰਡਾ ਸਿੰਘ ਚਾਹੁੰਦੇ ਸਾਡਾ ਲਿਖਿਆ ਰੁੱਕਾ ਦਿਖਾ ਸਕਦੇ ਸੀ। ਮਹਾਂਪੁਰਖੋ ਆਪੇ ਤੇ ਤੁਸੀਂ ਸੰਗਤ ਲੈਣ ਵਾਸਤੇ ਕਿਹਾ, ਲੈ ਕੇ ਆਓ ਸੰਗਤ। ਤੇ ਹੁਣ ਕਹੀ ਜਾਂਦੇ ਕਿਉਂ ਲੈ ਕੇ ਆਏ? ਪਰ ਇਹੋ ਹੀ ਕਹੀ ਜਾਂਦੇ ਸੀ ਜੀ ਗਲਤੀ ਹੋ ਗਈ, ਭੁੱਲ ਗਏ ਆ ਜੀ, ਬਖਸ਼ ਦਿਓ ਜੀ, ਇਹਨਾਂ ਕਹਿ ਕੇ ਬਾਹਰ ਨਿਕਲ ਗਏ। ਦੇਖੋ, ਤੇ ਉਸ ਤੋਂ ਬਾਅਦ ਕਦੀ ਨੋਟ ਕਰਿਓ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਹ ਕਾਰ ਸੇਵਾ ਦੀਆਂ ਸਾਰੀਆਂ ਡਿਊਟੀਆਂ ਬਾਬਾ ਝੰਡਾ ਸਿੰਘ ਨੂੰ ਹੀ ਦਿੱਤੀਆਂ ਨੇ। ਹੈ ਜੀ ਮਹਾਂ ਕਰੜੀ, ਪਰ ਹੈ ਸੁੱਖ ਸਾ। ਕਿਤੇ ਸਾਧੂ ਦੇ ਕਮਾਈ ਵਾਲੇ ਦੇ ਬਚਨਾਂ ਦੇ ਉੱਤੇ ਤੂੰ ਮਰਨ ਲਈ ਤਿਆਰ ਹੋ ਜਾ, ਮਰਨ ਲਈ ਤਿਆਰ। ਜੇ ਕਹਿ ਦੇਣ ਬਹਿ ਜਾ ਤੇ ਬੈਠੇ ਹੀ ਰਹਿਣਾ ਜਦ ਤੱਕ ਉੱਠਣ ਦਾ ਹੁਕਮ ਨਾ ਹੋਵੇ। ਤੂੰ ਤੇ ਦਲੀਲਾਂ ਦੇਣਾ ਅੱਗੋਂ ਭਾਈ, ਤੂੰ ਤੇ ਗੱਲਾਂ 10-10 ਲਾਉਣਾ, ਏਦਾਂ ਨਹੀਂ ਏਦਾਂ, ਏਦਾਂ ਨਹੀਂ ਏਦਾਂ, ਫਿਰ ਗੱਲ ਨਹੀਂ ਬਣਦੀ। ਫਿਰ ਤੇ ਕੋਲ ਰਹਿ ਕੇ ਵੀ ਖਾਲੀ, ਤੇ ਝੋਲੀਆਂ ਤੇ ਉਹ ਭਰਵਾ ਜਾਣਗੇ ਜਿਹੜੇ ਦੂਰ ਰਹਿ ਕੇ ਬਚਨ ਕਮਾ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ। ਮੈਂ ਜਿਹੜੀ ਗੱਲ ਕਰ ਰਿਹਾ ਬਾਬਾ ਈਸ਼ਰ ਸਿੰਘ ਜੀ ਬੜੀਆਂ ਕਮਾਈਆਂ, ਮਹਾਂਪੁਰਖਾਂ ਦੇ ਬਚਨ ਕਮਾਏ ਤੇ ਇੱਕ ਦਿਨ ਆਇਆ ਮਹਾਂਪੁਰਖਾਂ ਨੇ ਆਪਣਾ ਰੂਪ ਬਣਾਤਾ ਤੇ ਏਡੀ ਕਠਿਨ ਸੇਵਾ ਕੀਤੀ, ਔਰ ਜਿੰਨੂੰ ਵੀ ਲਾਇਆ ਸੇਵਾ ਨਾਲ ਹੀ ਲਾਇਆ, ਸਿਮਰਨ ਨਾਲ ਹੀ ਲਾਇਆ, ਆਪਣੇ ਨਾਲ ਨਹੀਂ ਲਾਇਆ। ਦੇਹਰਾਦੂਨ ਮਹਾਂਪੁਰਖਾਂ ਦੇ ਦੀਵਾਨ ਸੀ, ਬੜਾ ਰਸ ਵਜਿਆ। ਕੋਈ ਪ੍ਰਚਾਰ ਨਹੀਂ ਸੀ ਕਰਦੇ, ਕੋਈ ਬੋਰਡ ਨਹੀਂ ਸੀ ਲਾਉਂਦੇ। ਅੱਜ ਕੱਲ ਤੇ WhatsApp ਨੇ, ਫੇਸਬੁੱਕਾਂ ਨੇ, Instagram ਤੇ ਪੈ ਜਾਂਦੇ ਨੇ ਮੈਸੇਜ, ਨਹੀਂ ਸੀ ਪੀਂਦੇ ਪਹਿਲੇ, ਇਹ ਨਹੀਂ ਸੀ ਚੀਜ਼ਾਂ। ਤੇ ਕਿਸੇ ਨੇ ਕਿਹਾ ਮਹਾਂਪੁਰਖੋ ਅਸੀਂ ਬੋਰਡ ਹੀ ਲਵਾ ਦਿਆ ਕਰੀਏ, ਆ ਬੈਨਰ ਹੀ ਛਪਾ ਕੇ ਲਾ ਦਿਆ ਕਰੀ। ਕਹਿੰਦੇ ਨਹੀਂ, ਸੰਗਤ ਹੀ ਸਾਡਾ ਪ੍ਰਚਾਰ ਦਾ ਸਾਧਨ ਹੈ। ਆਖੋ ਵਾਹਿਗੁਰੂ ਜੀ। ਇਦਾਂ ਹੀ ਹੁੰਦਾ ਸੀ। 8-8 10-10 ਦਿਨ ਦੇ ਦੀਵਾਨ ਦੇਣੇ ਮਹਾਂਪੁਰਖਾਂ ਨੇ ਇੱਕ ਜਗ੍ਹਾ ਤੇ। ਮੰਨ ਲਓ ਜੇ ਪਹਿਲੇ ਦਿਨ 1000 ਸ਼ਰੀਰ ਆ ਗਏ ਨਾ, ਅਗਲੇ ਦਿਨ 4-4 ਹਜ਼ਾਰ ਹੋ ਜਾਂਦਾ ਸੀ। ਇੱਕ ਦੂਜੇ ਨੂੰ ਦੱਸ ਕੇ ਲੈ ਕੇ ਆਉਂਦੇ ਸੀ ਬਈ ਤੂੰ ਚੱਲ, ਬੜਾ ਰਸ ਹੁੰਦਾ, ਬੜੀਆਂ ਝੋਲੀਆਂ ਭਰਦੀਆਂ। ਇਦਾਂ ਮਾਊਥ ਟੂ ਮਾਊਥ ਪ੍ਰਚਾਰ ਹੁੰਦਾ ਸੀ। ਤੇ ਸੱਚਾਈ ਏ, ਉਹ ਜਿੱਥੇ ਗੁੜ ਪਿਆ ਹੋਵੇ ਨਾ, ਮੱਖੀਆਂ ਨੂੰ ਆਵਾਜ਼ ਮਾਰਨ ਦੀ ਵੀ ਲੋੜ ਨਹੀਂ ਹੁੰਦੀ। ਆ ਹੀ ਜਾਣੀਆਂ ਨੇ, ਅੱਜ ਨਹੀਂ ਤੇ ਕੱਲ ਆਉਣਗੀਆਂ, ਘੰਟੇ ਨੂੰ ਆ ਜਾਣਗੀਆਂ, 15 ਮਿੰਟਾਂ ਨੂੰ ਆਉਣੀਆਂ ਤੇ ਹੈ ਹੀ, ਕਿਉਂਕਿ ਰਸ। ਹੁਣ ਬਾਬਾ ਈਸ਼ਰ ਸਿੰਘ ਜੀ ਨੇ ਦੇਹਰਾਦੂਨ ਦੀਵਾਨ ਦਿੱਤੇ, ਬੜਾ ਰਸ ਬਣਿਆ, ਹਜ਼ਾਰਾਂ ਸੰਗਤਾਂ ਜੁੜਦੀਆਂ ਤੇ ਇੱਕ ਗੁਰਦੁਆਰੇ ਦੇ ਪ੍ਰਬੰਧਕ ਆ ਗਏ, ਮਹਾਂਪੁਰਖੋ ਸਾਨੂੰ ਵੀ ਦੀਵਾਨ ਦਿਓ। ਉਹ ਗੱਲ ਚਲੋ ਦੂਜੇ ਪਾਸੇ ਜਾਂਦੀ। ਜਦੋਂ ਆਏ ਨਾ,
इदां खलो गए सी पिछे हथ करके। महापुरखा ने उन्होंने भी समत दी, कहते जो गुरु घर च जाईदा ने इदां नहीं खलोईदा, इदां निमरता च हथ जोड़ के आखो वाहिगुरू जी, धन गुरु रामदास जी, धन गुरु रामदास, धन बाबा दीप सिंह। इदां नहीं कदी खलोईदा। कदी तुसी भी अरदास जो करते हो ना, अरदास विच पैर खोल के नहीं कदी खलोना, पैरां दीयां अड्डियां इदां पिछों जुड़ियां होण, हथ इदां निमरता च होण। दातिया तू दाता है ते मैं तेरे दर दा मंगता वां, है जी इदां। ते बाबा ईश्वर सिंह जी नूं पता की कहंदे, साडे गुरद्वारे प्रोग्राम दिओ, दीवान दिओ। बाबा जी कहंदे कदी ये नहीं कहीदा साडा गुरद्वारा, गुरद्वारा ते गुरु दा है, तुसीं ते प्रबंध संभालदे, गुरद्वारा ते गुरु दा है जी। गलती हो गई, पर बेनती साडे गुरद्वारे इदां फलाना गुरद्वारा है जिथों दा प्रबंध सानूं मिलिआ, दीवान दिओ। ते बाबा ईश्वर सिंह जी पहले ते मना कीता। उन्होंने जो बहुता खैड़ा किया ना, कहते दीवान दे देंगे, एक दिन की 3 दिन दे देंगे, पर एक शर्त है, सानू पता लगा तुहाडे जिहड़े गुरु घर दा सुखासन की जगह है ना, वो ठीक नहीं। तुसी गुरु ग्रंथ साहिब जी दा जदों सुखासन राती करदे हो ना, पलंग नहीं बनाया, अलमारी दे विच विराजमान करदे हो। तुसी वादा करदे हो गुरु ग्रंथ साहिब दे सुखासन दे लई वड्डा ते सोहना पलंग बनाओगे, असी एक दिन की 3 दिन दीवान दे देंगे। इदां बाणी नाल, गुरु नाल, सिमरन नाल, सेवा नाल जिथे भी जाना, अमृत संचार करना। छोटी जी जिंदगी दे विच, छोटी जी लाइफ दे विच बाबा ईश्वर सिंह जी ने 8.25 लाख प्राणियां नूं अमृत छकाया। आखो वाहिगुरू जी, वाहिगुरू जी। अखीरली गल सुन लो, फतेह बुलाउण लगे। एक जज आ गया बाबा ईश्वर सिंह जी दे कोल, ते जज ने आके ना बेनती की, महापुरखो तुसी मैनू हुक्म करो, ये नानक सर दी सारी धरती ते मैं सोना लवा दे, सोना। बाबा जी कहंदे जज दी तनख्वाह ते इन्नी हुंदी नहीं, ਇਹਦਾ मतलब तू कोई गलत काम कीते ने, फैसले गलत सुनाए ने, किसी कोलों रिश्वतां खा के गलत बंदियां दे हक च इदां फैसले सुनाए ने। उन्हें झूठ नहीं बोलिया, सच बोलता। कहंदा बच्चे हुण है नहीं, बच्चे पहले चढ़ाई कर गए ने, घर वाली भी चली गई, कल्ला माया बहुत है, हुण मौत तो पापां तो डर लगदा है। सच बोलता। कहंदा महापुरखो तुसी सही कह रहे, जिंदगी दे विच बड़े गलत फैसले कीते, बड़ियां रिश्वतां खादियां, पर हुण डरदा है मन, की करना? तुसी हुक्म करो, आ पूरे नानक सर दी धरती ते सोना विछा देआं। बाबा जी ने ना तौड़ना करके भेजता। कहंदे गरीबां दे लहू द्वारा जिहड़ी तू माया इकट्ठी कीती, गरीबां दा लहू जिहड़ा तू इकट्ठा कीता, वो नानक सर विछाउणा है। सानू तो इतना लगेगा सोने ते नहीं तुर रहे, गरीबां दे लहू ते तुर रहे हैं। क्या चलिया जाए, ताड़ना करके भेजता। मैं गल छोटी करा, हफ्ते 2 हफ्ते बाद फिर आ गया, महापुरखा ने फिर ताड़ना करके भेजा। हफ्ते 2 हफ्ते बाद फिर आया, चौथी बारी, 5वीं बारी है, खैड़ा नहीं छड्डिया। पता है जे किते इन्हां ने कोई बचन दे दिता ना, मेरे गुनाह बख्शे जाने ने। पता है महापुरख भी कई बारी चेक करते हैं। हुण जदों ताड़ना करके भेजी जान, 5वीं 6वीं बारी आया ना, कहंदा महापुरखो बड़ा डर लगदा जे पापां तों, बड़ा डर, कृपा कर दिओ मेरे कीते गुनाह बख्शे जान, कोई हल दस दिओ, अपनी रसना तो बचन दे दिओ। ते बाबा ईश्वर सिंह जी ने फिर बचन पता की दिता, सच नाल जोड़िया। कहंदे एक ते अमृत वेला संभाल, अमृत वेले 3 घंटे घट तो घट गुरु दे लेखे लाउणे ही लाउणे। ते दूजा जेड़ा तू कहना है ना, नानक सर दी धरती ते सोना विछाउणा है, वो सोना विछाउण दे नाल भला नहीं होना। जे सेवा करनी हो ना, ते नानक सर जिथे जिथे भी लोड़ है ना, उथे हैंड पंप लवा दे। हैंड पंप है जी, ज्यों-ज्यों संगतां, उदों हैंड पंप दे जमाने सी, ज्यों-ज्यों संगतां ओ हैंड पंप तो गेड़ गेड़ के जल छकण गियां, ज्यों-ज्यों उन्हां दे अंदरों असीसां निकलन गियां, पानी पीण तो बाद उन्हां असीसां दे नाल तेरे कीते होए गुनाह गुरु नानक नूं बख्शणे पैणगे। बोले सो निहाल, सत श्री अकाल। असली महापुरख जिन्हां दी निगाह जग्यासू दी माया दे उत्ते नहीं, जग्यासू दे जीवन दे उत्ते है। इहदा जीवन कित्थे खलोता है जी, जीवन कित्थे खलोता है? चाउण कह देंदे भी सोना लवा दे, की फर्क पैना?
पर नहीं, कहते हैंड पंप लवा, हैंड पंप। संगतां जदों जल छकण उन्हां दीयां सीसां मिलण, उहदे नाल तेरे कीते गुनाह बख्शे जाणगे। उन्हां दा जन्म दिहाड़ा बाबा जी दा कल बतीत होया। गुरु किरपा करे, महापुरखां दे जन्म दिहाड़े दीयां ਵਧਾਈਆਂ। बाबा दीप सिंह जी दा असीं हर महीने मनाउने आ। बाबा दीप सिंह जी के जन्म दिहाड़े दियां भी ਵਧਾਈਆਂ, ਵਧਾਈਆਂ, बहुत बहुत ਵਧਾਈਆਂ। बाबा खंडे वाला सब नूं बरकतां पावे। बाकी ये गोलकां ਜਿਹੜੇ नहीं ਆਪੋ ਆਪਣੇ ਘਰਾਂ 'ਚ ਲੈ ਕੇ ਗਏ, ਦੁਕਾਨਾਂ 'ਤੇ ਲਾਓ, ਘਰਾਂ 'ਚ ਲਾਓ, ਪੱਕੀਆਂ ਘਰਾਂ ਦੇ ਵਿੱਚ ਲਾ ਦਿਓ। ਤੇ ਜੋ ਮਹੀਨੇ ਦਾ ਦਸਮੰਧ ਹੈ ਉਹ ਕੱਢੋ, ਇਹਦੇ 'ਚ ਪਾਈ ਚੱਲੋ, ਰੋਜ਼ ਦੇ ਰੋਜ਼ ਕੱਢੀ ਚੱਲੋ। ਮੰਨ ਲਓ ਰੋਜ਼ ਦਾ ਮਿੱਥ ਲਓ, ਗੁਰੂ ਜੀ ਦੀ ਕਿਰਪਾ ਦੇ ਨਾਲ ਜੇ ਤੁਹਾਡੇ ਘਰ ਦਾ ਆਮਦਨ ਦਾ ਸੋਹਣਾ ਜਰੀਆ 100 ਰੁਪਈਆ ਮੈਂ ਰੋਜ਼ ਪਾਉਣਾ, 50 ਰੁਪਈਏ ਰੋਜ਼ ਪਾਉਣੇ ਨੇ, 500 ਮੈਂ ਰੋਜ਼ ਪਾਉਣਾ, ਮਹੀਨੇ ਦਾ 1000 ਪਾਉਣਾ, ਜਿੱਦਾਂ ਵੀ ਤੁਹਾਡੀ ਵਿੱਤ ਹੈ, 10 ਰੁਪਈਏ ਪਾਉਣੇ ਨੇ, 5 ਪਾਉਣੇ ਨੇ, ਹਜ਼ਾਰਾਂ ਪਾਉਣੇ ਨੇ, ਜੋ ਇਹ ਪੱਕਾ ਗੁਰੂ ਘਰ ਦੇ ਲਈ ਗੁਰੂ ਜੀ ਦੀ ਕਿਰਪਾ ਦੇ ਨਾਲ ਕੱਢੀ ਚੱਲੋ। ਤੇ ਜਦੋਂ ਆਓ ਹਰ ਮਹੀਨੇ 27 ਨੂੰ ਤੇ ਆਪਣਾ ਆਪਣਾ ਦਸਵੰਧ ਲੈ ਕੇ ਆਇਆ ਕਰੋ। ਕਾਰਨ ਇਹ ਮੈਂ ਆਪਣੇ ਤੇ ਨਹੀਂ ਲਾਉਣਾ, ਇਹ ਪੰਥ ਦੀਆਂ ਚੀਜ਼ਾਂ ਬਣ ਰਹੀਆਂ ਨੇ। ਸਕੂਲ ਬਣਿਆ ਤੁਹਾਡੇ ਪੰਥ ਦਾ, ਇਹ ਹਸਪਤਾਲ ਪੰਥ ਲਈ ਬਣਿਆ, ਬਾਬੇ ਨਾਨਕ ਦੀ ਰਸੋਈ ਪੰਥ ਲਈ ਬਣੀ ਹੈ, ਬਾਬਾ ਦੀਪ ਸਿੰਘ ਦੀ ਕਿਰਪਾ ਨਾਲ। ਇਹ ਜਿਹੜਾ ਨਾਲ ਦੇ ਪਾਸੇ ਜੀ ਦੇ ਆ ਪ੍ਰਮਾਨ ਪਾਰਕ ਬਣ ਰਹੇ, ਪੰਥ ਲਈ ਬਣ ਰਹੇ ਆ। ਜੈਪੁਰ ਤੋਂ 4-5 ਦਿਨ ਪਹਿਲੇ ਟੀਮ ਆਈ ਸੀ। ਇਹ ਜਿਹੜੀ ਬੇਸ ਹੈ ਸਾਰਾ ਹਸਪਤਾਲ ਦਾ, ਤੁਸੀਂ ਵੇਖ ਕੇ ਜਾਇਓ। ਗੋਲ ਜੀ ਨਾ ਤੁਹਾਨੂੰ ਵੱਖਰੀ ਜਗ੍ਹਾ ਨਜ਼ਰ ਆਏਗੀ ਨਾਲ ਦੀ ਜਗ੍ਹਾ ਤੇ, ਉਹ ਸਾਰਾ ਬੇਸ ਤਿਆਰ ਹੋ ਗਿਆ। ਉੱਪਰ ਜਿਹੜਾ ਸਟਰਕਚਰ ਬਣਨਾ ਹੈ ਨਾ, ਉਹ ਜੈਪੁਰ ਦੀ ਟੀਮ ਆਈ ਸੀ, ਸਾਰਾ ਉੱਥੋਂ ਬਣਿਆ ਬਣਾਇਆ ਆਉਣਾ। 45 ਲੱਖ ਦਾ ਸਾਰਾ ਉਹੀ ਆਉਣਾ, ਜਿਹਦਾ ਸਟਰਕਚਰ ਲੱਗਣਾ। ਸਟੀਲ ਦੀਆਂ ਪਾਈਪਾਂ ਨੇ, ਉੱਪਰ ਜਿਹੜਾ ਛੱਤ ਜਿਹੜੀ ਚੀਜ਼ ਦੀ ਪੈਣੀ, ਉਹ ਪੱਕਾ ਲੈਂਟਰ ਨਹੀਂ ਪੈਣਾ, ਬਸ ਇੱਥੇ ਲਿਆ ਕੇ ਫਿੱਟ ਕਰਨਾ। ਮੇਰਾ ਖਿਆਲ ਹੱਦ 1.5-2 ਮਹੀਨੇ ਤੱਕ ਇਹ ਸਾਰਾ ਹਸਪਤਾਲ ਉਧਰ ਤਿਆਰ ਹੋ ਜਾਣਾ। ਤੇ ਇਹ ਪੰਥ ਦੀਆਂ ਚੀਜ਼ਾਂ ਬਣ ਰਹੀਆਂ ਨੇ। ਮੈਂ ਕੋਈ ਆਪਣਾ ਘਰ ਨਹੀਂ ਬਣਾ ਰਿਹਾ, ਕੋਈ ਆਪਣੀ ਜਾਇਦਾਦ ਨਹੀਂ ਬਣਾ ਰਿਹਾ, ਇਹ ਪੰਥ ਦੀਆਂ ਚੀਜ਼ਾਂ ਨੇ। ਤੇ ਆਪਣਾ ਆਪਣਾ ਦਸਵੰਧ ਸਾਰੇ ਲੈ ਕੇ ਆਇਆ ਕਰੋ। ਬਾਕੀ ਮੈਂ ਖੁੱਲੀ ਮਿਹਨਤੀ 3 ਤੋਂ 4 ਕਰ ਰਿਹਾ। ਤੁਹਾਡੇ ਇਲਾਕੇ ਵਿੱਚ ਕੋਈ ਜਗ੍ਹਾ ਹੈ, ਤੁਸੀਂ ਕਹੋ ਕਿ ਉੱਥੇ ਸਕੂਲ ਬਣਾਉਣਾ ਹੈ, ਹਸਪਤਾਲ ਬਣਾਉਣਾ ਹੈ, ਟਰਸਟ ਦੇ ਨਾਮ ਕਰ ਦਿਓ ਜਗ੍ਹਾ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਉੱਥੇ ਇਹ ਚੀਜ਼ਾਂ ਬਣਾਉਣ ਦੀ ਜ਼ਿੰਮੇਵਾਰੀ, ਉਹਨਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੀ ਹੋਏਗੀ। ਇਹ ਖੁੱਲੇ ਤੌਰ ਤੇ ਮੈਂ ਸੰਗਤ ਨੂੰ ਸੱਦਾ ਦੇ ਰਿਹਾ ਰੋਜ਼। ਇਹ ਮੇਰੀ ਬੇਨਤੀ ਹੈ, ਕੋਈ ਚਾਹੁੰਦਾ ਜਿੰਨੀ ਕਿ ਤੁਹਾਡੀ ਜਗ੍ਹਾ ਹੈ, ਵੱਡੀ ਜਗ੍ਹਾ, ਉਹੋ ਜਿਹੇ ਵੱਡੇ ਕੰਮ ਸ਼ੁਰੂ ਹੋ ਜਾਣਗੇ। ਮੰਨ ਲਓ 100 ਗਜ਼ ਜਗ੍ਹਾ, 200 ਗਜ਼ ਜਗ੍ਹਾ, ਉੱਥੇ ਫਿਰ ਲੰਗਰ ਸ਼ੁਰੂ ਹੋ ਜਾਣਗੇ, ਉਹੋ ਜਿਹੇ ਕੰਮ ਸ਼ੁਰੂ, ਕੀਰਤਨ ਸਿਖਲਾਈ ਸ਼ੁਰੂ ਹੋ ਜਾਏਗੀ। ਜਿੱਦਾਂ ਦੀ ਵੀ ਜਗ੍ਹਾ ਤੁਸੀਂ ਦਿਓਗੇ, ਉਹੋ ਜਿਹੇ ਕੰਮ ਉੱਥੇ ਸ਼ੁਰੂ ਹੋ ਜਾਣਗੇ ਬਾਬੇ ਦੀ ਮਿਹਰ ਨਾਲ। ਇਹ ਬੇਨਤੀਆਂ ਪ੍ਰਮਾਣ। ਤੇ ਇੱਕ ਦੂਜੇ ਨਾਲ ਮਿਲ ਵਰਤ ਕੇ ਰਿਹਾ ਕਰੋ, ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ। ਮੈਂ ਕਈ ਵਾਰੀ ਕਹਿਣਾ, ਜਿਹੜਾ ਤੁਹਾਡੇ ਨਾਲ ਬੈਠਾ ਉਹਦੀ ਅਰਦਾਸ ਕਰੋ, ਤੁਸੀਂ ਉਹਦੀ ਕਰੋ, ਉਹ ਤੁਹਾਡੀ ਕਰੇ। ਇਦਾਂ ਹੀ ਭਲਾ, ਇਦਾਂ ਹੀ। ਤੇ ਇੱਕ ਦੂਜੇ ਦੀ ਰਿਸਪੈਕਟ ਕਰੋ, ਵੱਧ ਤੋਂ ਵੱਧ ਰਿਸਪੈਕਟ। ਆ ਜਿੰਨੀਆਂ ਭੈਣਾਂ ਬੈਠੀਆਂ ਨਾ, ਘਰ ਵਾਲੇ ਦੀ ਰਿਸਪੈਕਟ ਕਰਿਆ ਕਰੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਘਰ ਵਾਲੇ ਘਰ ਵਾਲੀਆਂ ਦੀ ਵੀ ਕਰਿਆ ਕਰੋ, ਬੱਚੇ ਮਾਪਿਆਂ ਦੀ ਕਰਿਆ ਕਰੋ, ਇੱਕ ਦੂਜੇ ਦੀ ਰਿਸਪੈਕਟ ਕਰੋ। ਮੈਂ ਇੱਕ ਜਗ੍ਹਾ ਤੇ ਕਹਿਤਾ, ਮੈਂ ਕਿਹਾ ਪਹਿਲੇ ਸਮੇਂ ਹੁੰਦੇ ਸੀ ਘਰ ਵਾਲੀਆਂ ਆਪਣੇ ਘਰ ਵਾਲੇ ਦਾ ਨਾਂ ਨਹੀਂ ਸੀ ਲੈਂਦੀਆਂ। ਸੁਣਿਓ ਧਿਆਨ ਨਾਲ, ਅੱਜ ਕੱਲ ਤੇ ਨਾਮ ਆਉਂਦੇ ਪੱਪੂ ਜੀ, ਹਾਂਜੀ ਫਲਾਣੇ ਜੀ, ਜੋ ਵੀ ਨਹੀਂ। ਅੱਜ ਬੇਬੀ ਕੀ ਕਹਿੰਦੇ, ਬੇਬੀ, ਚਲੋ ਜੋ ਵੀ, ਇਹ ਮੇਰੀ ਜਾਨੂ, ਇਹ ਮੇਰਾ ਬੇਬੀ ਆ, ਮੇਰਾ ਪਤਾ ਨਹੀਂ ਕੀ ਕੀ ਹੈ। ਨਹੀਂ ਸੁਣਿਆ, ਉਹ ਪਹਿਲੇ ਸਮਿਆਂ 'ਚ ਨਾ ਨਾਂ ਨਹੀਂ ਸੀ ਲਿੱਤੇ ਜਾਂਦੇ। ਤੇ ਮੈਂ ਇੱਕ ਭੈਣ ਨੂੰ, ਪਿੰਡ ਦੇ ਵਿੱਚ ਦੀਵਾਨ ਸੀ, ਮੇਰਾ ਖਿਆਲ 10 ਸਾਲ ਪੁਰਾਣੀ ਗੱਲ ਹੈ ਸ਼ਾਇਦ। ਮੈਂ ਨਿਕਲਿਆ ਤੇ ਉਹ ਕਹਿੰਦੀ ਆਪਣੇ ਘਰ ਵਾਲੇ ਦਾ ਨਾਂ ਲੈ ਕੇ, ਹਰਜੀਤ ਨੂੰ ਮਿਲ ਲਓ। ਮੈਂ ਕਿਹਾ ਹਰਜੀਤ ਕੌਣ ਹੈ? ਇੱਥੇ ਹੋਵੇ ਗੁੱਸਾ ਨਾ ਕਰ ਲਿਓ, ਵੈਸੇ ਇੱਕ ਐਗਜ਼ਾਮਪਲ ਆ ਸਾਡਾ ਬੈਠਾ ਸੱਚਾ, ਇਹ ਵੀ ਹਰਜੀਤ ਨਾ, ਇਹ ਹਰਜੀਤ ਨੂੰ ਮਿਲ ਲਓ। ਮੈਂ ਕਿਹਾ ਹਰਜੀਤ ਕੌਣ? ਕਹਿੰਦੀ ਮੇਰਾ ਘਰ ਵਾਲਾ। ਮੈਂ ਕਿਹਾ ਭੈਣੇ, ਪਤੀ ਤੇ ਪਰਮੇਸ਼ਰ ਹੁੰਦਾ, ਉਹਦਾ ਨਾਮ ਨਹੀਂ ਲੈਣਾ ਚਾਹੀਦਾ, ਸਤਿਕਾਰ ਕਰਿਆ ਕਰ। ਕਹਿੰਦੀ ਕੀ ਕਿਹਾ ਤੁਸੀਂ? ਥੋੜੀ ਘੱਟ। ਕਹਿੰਦੀ ਕੀ ਕਿਹਾ ਤੁਸੀਂ? ਕਹਿੰਦੀ ਜੀ ਪਤੀ ਤੇ ਪਰਮੇਸ਼ਰ ਹੁੰਦਾ, ਨਾਮ ਨਹੀਂ ਲੈਣਾ ਚਾਹੀਦਾ। ਮੈਂ ਕਿਹਾ ਮੈਂ ਤੇ ਇਹੋ ਹੀ ਕਿਹਾ। ਅੱਛਾ, ਕਹਿੰਦੀ ਪਤੀ ਪਰਮੇਸ਼ਰ ਹੁੰਦਾ। ਮੈਂ ਕਿਹਾ ਬਿਲਕੁਲ ਹੁੰਦਾ। ਕਹਿੰਦੀ ਫਿਰ ਤੇ ਵੱਧ ਤੋਂ ਵੱਧ ਲੈਣਾ ਚਾਹੀਦਾ। ਕਹਿੰਦੀ ਫਿਰ ਤੇ ਵੱਧ ਤੋਂ ਵੱਧ ਲੈਣਾ ਚਾਹੀਦਾ ਰੱਬ। ਚਲੋ ਇਸੇ ਤਰ੍ਹਾਂ ਖੁਸ਼ ਰਿਹਾ ਕਰੋ, ਹੱਸਦੇ ਰਿਹਾ ਕਰੋ। ਆਹੀ ਕੰਮ ਮੈਂ ਕਰਨਾ। ਗੁਰੂ ਜੀ ਦੀ ਮਿਹਰ ਦੇ ਨਾਲ ਤੁਹਾਡੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲਿਆਉਣੀ ਹੈ ਹਰ ਵੇਲੇ। ਜਿਹੜੇ ਆ ਟੈਨਸ਼ਨ ਨਾਲ ਕਈਆਂ ਦੇ ਚਿਹਰੇ ਮਸੋਸੇ ਜਿਹੇ ਰਹਿੰਦੇ ਆ ਨਾ, ਬਸ ਆਹੀ ਮੁਸਕਰਾਹਟ ਲਿਆਉਣੀ ਹੈ। ਤੇ ਹੁਣ ਪਰਮੇਸ਼ਰ ਦਾ ਨਾਮ ਵੱਧ ਤੋਂ ਵੱਧ ਜਪਿਓ। ਹੁਣ ਸੁਣ ਹੀ ਲਿਆ ਕਿਹੜਾ ਪਰਮੇਸ਼ਰ ਹੈ ਜੀ।
ਤੇ ਤੁਸੀਂ ਪਰਮੇਸ਼ਰੀ ਦਾ ਨਾਮ ਵੱਧ ਤੋਂ ਵੱਧ ਜਪਿਓ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।